व्यापन सबे रोग कतक कर्म समापने दोष न काहूं जोग परमेश्वर ते भुलिया व्यापन सबे रोग बेमुख होई राम ते लगन जन्म वियोग किनमें कौड़े होई गे जितड़े माया भोग बिच न कोई कर सकै किस तैरो वै रोज सीता कशु न हो गई सीता कशु न हो गई लिखिया तुर संजोग बड़ भागी मेरा प्रभ मिलै ता उतरै सब वियोग नानक को प्रभ राख लै मेरे साहिब बंदी मोच कतक होवै साध संग बिन से सबे सोच कतक होवै साध संग बिन से सबे सोच परम सत्कारयोग जुगों जुग अकाल शब्द गुरु सन सन साहिब श्री गुरु ग्रंथ साहिब जी महाराज जी की पावन पवित्र मुबारक हजूरी अंदर जुड़ बैठे गुरु प्यारे सब संगी जनों बड़भागे हाँ जो उस मानस परमात्मा परमेश्वर ने सानू आप उद्यम बख्शिश करके ये समा सानू प्राप्त होया मेरे तो पहला भाई साहब जी अमृतमयी बाणी ਅਤੇ ਗੁਰਮਤਿ ਵਿਚਾਰਾਂ ਦੀ ਸਾਂਝ ਆਪ ਨਾਲ ਸਾਂਝੀ ਕਰ ਰਹੇ ਸਨ। ਸੋ ਆਓ ਅੱਜ ਦਾ ਜੋ ਅੱਜ 12 ਮਾਹ ਦੇ ਅੰਦਰ ਇੱਕ ਨਵੇਂ ਮਹੀਨੇ ਦੀ ਆਰੰਭਤਾ ਹੋਣ ਜਾ ਰਹੀ ਹੈ ਜਿਸ ਨੂੰ ਅਸੀਂ ਕਰਤਕ ਦਾ ਮਹੀਨਾ ਕਹਿੰਦੇ ਹਾਂ। ਇਸ ਮਹੀਨੇ ਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਜੋ ਸਾਨੂੰ ਉਪਦੇਸ਼ ਗੁਰਬਾਣੀ ਰਾਹੀਂ ਦਿੱਤਾ ਹੈ, ਆਓ ਉਸ ਉਪਦੇਸ਼ ਨਾਲ ਜੁੜੀਏ, ਉਸ ਵਿਚਾਰ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ ਤਾਂ ਕਿ ਜੋ ਸਤਿਗੁਰੂ ਜੀ ਨੇ ਇਹ 12 ਮਾਹ ਦੀ ਲੜੀ ਸਾਡੇ ਨਾਲ ਸਾਂਝੀ ਕੀਤੀ ਹੈ, ਇਸ ਲੜੀ ਦੇ ਵਿੱਚੋਂ ਜੋ ਸਤਿਗੁਰੂ ਜੀ ਨੇ ਸਾਨੂੰ ਜੀਵਨ ਜਿਉਣ ਦੀ ਇੱਕ ਵਿਧੀ ਬਖਸ਼ਿਸ਼ ਕੀਤੀ ਹੈ, ਇਸ ਨੂੰ ਆਪਾਂ ਸਮਝਣ ਦਾ ਯਤਨ ਕਰੀਏ ਕਿ ਸਤਿਗੁਰੂ ਜੀ ਦਾ ਪ੍ਰਯੋਜਨ ਕੀ ਹੈ। ਇਸ ਵਿਚਾਰ ਨੂੰ ਆਰੰਭ ਕਰਨ ਤੋਂ ਪਹਿਲਾਂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਬਖਸ਼ਿਸ਼ ਕੀਤੀ ਫਤਿਹ ਨਾਲ ਸਾਂਝ ਪਾਈਏ, ਫਿਰ ਵਿਚਾਰਾਂ ਦੀ ਆਰੰਭਤਾ ਕਰਦੇ ਹਾਂ। ਦਿਓ ਅਸੀਸ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਗੁਰਬਾਣੀ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ 12 ਮਾਹ ਦਾ ਸਾਹਿਤ ਨੂੰ 2 ਵਾਰ ਸਾਡੇ ਨਾਲ ਸਾਂਝਾ ਕੀਤਾ। ਜਦੋਂ ਅਸੀਂ ਲੜੀਵਾਰ ਗੁਰਬਾਣੀ ਦੇ ਪਾਠ ਕਰਦੇ ਹਾਂ ਤੇ 133 ਅੰਕ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਾਝ ਰਾਗ ਦੇ ਅੰਦਰ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤਾ ਹੋਇਆ 12 ਮਾਹ ਸਾਨੂੰ ਪ੍ਰਾਪਤ ਹੁੰਦਾ ਹੈ।
ਜਿਸ ਵਿੱਚ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ 14 ਪੌੜੀਆਂ ਦਾ ਉਚਾਰਨ ਕੀਤੀਆਂ। 14 ਪੌੜੀਆਂ ਦੇ ਵਿੱਚ ਪਹਿਲੀ ਪੌੜੀ ਜਿਹੜੀ ਹੈ ਉਹ ਉਸ ਅਕਾਲ ਪੁਰਖ ਪਰਮਾਤਮਾ ਪਰਮੇਸ਼ਵਰ ਜਿਸ ਨੂੰ ਅਸੀਂ ਮੰਗਲਾਚਰਨ ਕਹਿੰਦੇ ਹਾਂ ਉਸ ਦੇ ਰੂਪ ਵਿੱਚ ਕੀਤੀ ਹੈ, ਜਿਹਦੇ 'ਚ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਰੱਬ ਵਿੱਚ ਤੇ ਸਾਡੇ ਵਿੱਚ ਦੂਰੀ ਕੀ ਹੈ? ਰੱਬ ਨਾਲ ਸਾਡਾ ਮਿਲਾਪ ਕਿਉਂ ਨਹੀਂ ਹੋ ਰਿਹਾ? ਰੱਬ ਤੇ ਪਰਮਾਤਮਾ ਮਨੁੱਖ ਦੇ ਅੰਦਰ ਜੋ ਬਿਖ ਹੈ ਉਸ ਦਾ ਸਿੱਧਾ ਕਾਰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਨੁੱਖ ਦੇ ਜੀਵਨ ਦੇ ਕਰਮਾਂ ਦੇ ਨਾਲ ਸਾਂਝ ਪਾਈ ਹੈ ਕਿ ਮਨੁੱਖੀ ਜੀਵਨ ਦੇ ਜੋ ਕਰਮ ਹਨ ਉਹੀ ਉਸ ਹਰ ਸਭ ਤੋਂ ਵੱਡਾ ਕਾਰਨ ਹਨ। ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਵੀ ਜਪ ਬਾਣੀ ਦੇ ਅੰਦਰ ਜਦੋਂ ਸਾਡੇ ਨਾਲ ਸਾਂਝ ਪਾਈ ਤੇ ਜਪ ਬਾਣੀ ਦਾ ਜਦੋਂ ਅਖੀਰਲਾ ਸ਼ਲੋਕ ਸਾਂਝਾ ਕਰਦੇ ਨੇ ਗੁਰੂ ਨਾਨਕ ਬਾਬਾ ਤੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਰਮੀ ਆਪੋ ਆਪਣੀ ਕੇ ਨੇੜੇ ਕਹਿ ਦੂਰ। ਮਨੁੱਖ ਰੱਬ ਤੋਂ ਦੂਰ ਕਿਉਂ ਹੈ? ਆਪਣੇ ਕਰਮਾਂ ਕਰਕੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਮੰਗਲਾਚਰਨ ਨੂੰ ਮੁੱਖ ਰੱਖ ਕੇ 12 ਮਾਹ ਦੇ ਨੂੰ 12 ਪੌੜੀਆਂ ਦਾ ਉਚਾਰਨ ਕੀਤਾ, ਜਿਹਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਬਾਹਰੀ ਮੌਸਮ ਨੂੰ ਆਧਾਰ ਬਣਾ ਕੇ ਤੇ ਮਨੁੱਖ ਦੇ ਜੀਵਨ ਦਾ ਜੋ ਅੰਤਰੀਵ ਹੈ, ਅੰਦਰ ਹੈ, ਜੋ ਬਾਹਰੀ ਮੌਸਮ ਨੂੰ ਸਤਿਗੁਰੂ ਜੀ ਨੇ ਮੁੱਖ ਰੱਖਿਆ ਔਰ ਸਿੱਖਿਆ ਜੋ ਉਪਦੇਸ਼ ਸੀ ਉਹ ਸਾਡੇ ਅਧਿਆਤਮਕ ਜੀਵਨ ਨੂੰ ਬਖਸ਼ਿਸ਼ ਕੀਤੇ। ਤੁਸੀਂ ਦੇਖੋ 12 ਮਾਹ ਦੀ ਜਦੋਂ ਆਪਾਂ ਲੜੀ ਪੜ੍ਹਦੇ ਹਾਂ, ਕਦੇ ਧਿਆਨ ਨਾਲ ਇਸ ਲੜੀ ਨੂੰ ਚੇਤਰ ਦੇ ਮਹੀਨੇ ਤੋਂ ਆਰੰਭ ਕਰਿਓ, ਚੇਤ ਗੋਬਿੰਦ ਅਰਾਧੀਏ, ਤੇ ਫੱਗਣ ਦੇ ਮਹੀਨੇ ਤੱਕ ਜਾਂਦਿਆਂ ਜਾਂਦਿਆਂ ਇਹ ਮਨੁੱਖ ਨੂੰ ਰੱਬ ਪਰਮਾਤਮਾ ਪਰਮੇਸ਼ਵਰ ਦੇ ਨਾਲ ਮਿਲਾਪ ਤੱਕ ਲੈ ਕੇ ਜਾਂਦੀ ਹੈ। ਮਨੁੱਖ ਦੇ ਜੀਵਨ ਨੂੰ ਪਰਮਾਤਮਾ ਦੇ ਵਿੱਚ ਕਿਸ ਤਰ੍ਹਾਂ ਅਭੇਦ ਹੋਣਾ, ਕਿਸ ਤਰ੍ਹਾਂ ਮਨੁੱਖ ਨੇ ਆਪਣਾ ਜੀਵਨ ਵਸਰ ਕਰਨਾ ਤੇ ਕਿਸ ਤਰ੍ਹਾਂ ਅਸੀਂ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ, ਜਿਵੇਂ ਬਾਬਾ ਕਬੀਰ ਜੀ ਕਹਿੰਦੇ ਨੇ, ਅਬ ਤੋਂ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕਹੂ ਨਾ ਸਕੇ ਪਛਾਣੀ। ਇਸ ਅਵਸਥਾ ਨੂੰ ਅਸੀਂ ਕਿਵੇਂ ਹਾਸਲ ਕਰਨਾ? ਇਸ ਸਮੁੱਚੇ ਜਦੋਂ ਅਸੀਂ ਗੁਰਬਾਣੀ ਦੀ ਲੜੀ ਪੜ੍ਹਦੇ ਹਾਂ, ਵਿਚਾਰਦੇ ਹਾਂ ਤੇ ਮਨੁੱਖ ਨੂੰ ਸਮਝ ਆ ਜਾਂਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ 12 ਮਹੀਨੇ ਦੀਆਂ 12 ਪੌੜੀਆਂ ਉਚਾਰਨ ਕੀਤੀਆਂ ਤੇ ਅਖੀਰ ਦੇ ਵਿੱਚ ਸਤਿਗੁਰੂ ਜੀ ਨੇ ਫਿਰ ਤਤ ਨਿਰੂਪਣ ਦੀ ਜੋ ਇੱਕ ਪੌੜੀ ਰੱਖੀ, ਜਿਹਦਾ ਜ਼ਿਕਰ ਭਾਈ ਸਾਹਿਬ ਜੀ ਕਰ ਰਹੇ ਸਨ। ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ। ਸਾਰੇ ਹੀ ਮੂਰਤ, ਸਾਰੇ ਹੀ ਮਹੀਨੇ, ਸਾਰਾ ਹੀ ਦਿਨ, ਹਰ ਘੜੀ ਪਲ ਚੰਗਾ ਹੈ। ਉਹੀ ਸਭ ਕੁਝ ਚੰਗਾ ਹੈ ਜਿਤ ਪ੍ਰਭ ਆਵੇ ਚੀਤ। ਜਦੋਂ ਰੱਬ ਚੇਤੇ ਆ ਜਾਏ, ਪਰਮਾਤਮਾ ਚੇਤੇ ਆਵੇ, ਪਰਮੇਸ਼ਵਰ ਚੇਤੇ ਆਵੇ, ਉਹ ਘੜੀ ਵੀ ਚੰਗੀ ਹੈ, ਸੁਲੱਖਣੀ ਹੈ, ਉਹ ਭਾਗਾਂ ਵਾਲੀ ਹੈ। ਜੇ ਆਪਾਂ ਬਹਿ ਕੇ ਗੁਰੂ ਦੀ ਗੋਦ ਵਿੱਚ ਸਤਿਗੁਰੂ ਜੀ ਦੀ ਵਿਚਾਰ ਕਰ ਸੁਣ ਰਹੇ ਹਾਂ ਤੇ ਸਮਝੋ ਕਿ ਇਹ ਭਾਗਲੀ ਘੜੀ ਸਾਡੇ ਜੀਵਨ ਦੇ ਵਿੱਚ ਹੈ। ਆਪਾਂ ਇਸ ਸਮੇਂ ਨੂੰ ਵਿਅਰਥ ਨਾ ਸਮਝੀਏ। ਜੇ ਜ਼ਿੰਦਗੀ ਦਾ ਸਾਡਾ ਇੱਕ ਇੱਕ ਪਲ ਕੀਮਤੀ ਹੈ ਤੇ ਬੇਸ਼ੁਮਾਰ ਕੀਮਤੀ ਹੋ ਜਾਂਦਾ ਉਹ ਪਲ ਜਿਹੜਾ ਅਸੀਂ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਬਤੀਤ ਕਰਦੇ ਹਾਂ, ਜਿਹੜਾ ਪ੍ਰਭੂ ਪਰਮਾਤਮਾ ਪਰਮੇਸ਼ਵਰ ਦੀ ਯਾਦ ਦੇ ਵਿੱਚ ਸਮਾਂ ਹੁੰਦਾ ਹੈ, ਉਹ ਬੇਸ਼ੁਮਾਰ ਕੀਮਤੀ ਹੋ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਜ ਦਾ ਜੋ ਆਪਾਂ ਸ਼ਬਦ ਸਾਂਝਾ ਕਰਨ ਜਾ ਰਹੇ ਹਾਂ, ਜਿਸ ਸ਼ਬਦ ਕੱਤਕ ਦਾ ਜੋ ਮਹੀਨਾ ਆਰੰਭ ਹੋ ਰਿਹਾ ਹੈ, ਕਿਉਂਕਿ ਅੱਸੂ ਦੇ ਮਹੀਨੇ ਦੇ ਵਿੱਚ ਆਪਾਂ ਪਿਛਲੇ ਮਹੀਨੇ ਵੀ ਵਿਚਾਰ ਕੀਤੀ ਸੀ ਕਿ ਅਸੁਨ ਪ੍ਰੇਮ ਉਮਾਹੜਾ, ਪਰ ਅੱਸੂ ਦੇ ਮਹੀਨੇ ਦੇ ਵਿੱਚ ਜੀਵ ਇਸਤਰੀ ਦੇ ਅੰਦਰ ਪ੍ਰਭੂ ਪਰਮਾਤਮਾ ਪਰਮੇਸ਼ਵਰ ਦੇ ਨਾਲ ਮਿਲਾਪ ਦੇ ਲਈ ਉਹਦੇ ਵੱਲ ਇੱਕ ਕਸ਼ਿਸ਼ ਮਨੁੱਖ ਦੀ ਬਣ ਗਈ, ਜੀਵ ਇਸਤਰੀ ਦੀ ਬਣ ਗਈ। ਤੇ ਫਿਰ ਇਹ ਮਿਲਾਪ ਕਿਵੇਂ ਹੋਵੇ? ਕਿਉਂਕਿ ਜਿੱਥੇ ਠੰਡਾ ਮਿੱਠਾ ਮੌਸਮ ਸ਼ੁਰੂ ਹੋ ਜਾਂਦਾ ਹੈ, ਉੱਥੇ ਨਾਲ ਦੀ ਨਾਲ ਹੀ ਮਨੁੱਖ ਦੇ ਅੰਦਰ ਇਹ ਪੈਦਾ ਹੋ ਜਾਏ, ਇਹ ਤੜਪ ਪੈਦਾ ਹੋ ਜਾਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਜ ਦੇ ਇਸ ਕੱਤਕ ਦੇ ਮਹੀਨੇ ਦੀ ਆਰੰਭਤਾ ਜਦੋਂ ਕਰਦੇ ਨੇ ਤੇ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਕੱਤਕ ਦੇ ਮਹੀਨਾ ਕੀ ਹੈ?
ਕਿ ਕਰਮ ਭੂਮੀ ਹੈ ਵੈਸੇ ਮਨੁੱਖ ਦਾ ਜੀਵਨ ਜੋ ਹੈ। ਕਰਮ ਭੂਮੀ ਦੇ ਵਿੱਚ ਜਿਸ ਤਰ੍ਹਾਂ ਇੱਕ ਜ਼ਿਮੀਂਦਾਰ ਆਪਣੇ ਜੀਵਨ ਦੇ ਵਿੱਚ ਫਸਲ ਲਗਾਉਂਦਾ ਹੈ, ਬੀਜ ਬੀਜਦਾ ਹੈ, ਉਹਦੀ ਦੇਖਭਾਲ ਕਰਦਾ ਹੈ, ਕੇਅਰ ਕਰਦਾ ਉਸ ਦੀ, ਤੇ ਫਿਰ ਅਖੀਰ ਦੇ ਵਿੱਚ ਜਾ ਕੇ ਉਸ ਨੂੰ ਇੱਕ ਵਧੀਆ ਰਿਜ਼ਲਟ ਪ੍ਰਾਪਤ ਹੁੰਦਾ ਹੈ, ਚੰਗਾ ਉਸ ਨੂੰ ਜੋ ਇੱਕ ਦਾਣੇ ਜਾਂ ਕਹਿ ਲਓ ਫੱਕਾ ਸਭ ਕੁਝ ਲੱਭਦਾ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਨੇ ਵੀ ਇਸ ਮਨੁੱਖ ਦੇ ਜੀਵਨ ਨੂੰ ਇੱਕ ਕਰਮ ਭੂਮੀ ਸਾਡੇ ਨਾਲ ਸਾਂਝੀ ਕੀਤੀ ਕਿ ਇਹਦੇ ਵਿੱਚ ਜਿਹੜੇ ਸਾਡੇ ਕਰਮ ਹਨ, ਜੇ ਅਸੀਂ ਕਰਮਾਂ ਦਾ ਖੇਤੀ ਜਿਹੜਾ ਬੀਜ ਹੈ ਇਸ ਨੂੰ ਅਸੀਂ ਕਰਾਂਗੇ ਤੇ ਇਹਦਾ ਅਸੀਂ ਦੇਖਭਾਲ, ਇਹਦੇ ਤੇ ਸੁਚੇਤ ਹੋ ਕੇ ਅਸੀਂ ਆਪਣੇ ਕਰਮ ਕਰਾਂਗੇ। ਇਹ ਕਰਮ ਹੀ ਸਾਡੇ ਮਨੁੱਖ ਦੇ ਜੀਵਨ ਦੀ ਪ੍ਰਾਰਬਧ, ਸਾਡੇ ਜੀਵਨ ਦੇ ਸੁੱਖ ਦੁੱਖ ਦਾ ਕਾਰਨ ਬਣ ਜਾਏਗਾ। 23 ਗੱਡੀ ਲੱਗੀ ਹੈ, ਗੱਡੀ ਮਾੜਾ 23 ਗੱਡੀ ਲੱਗੀ ਹੈ ਜੀ, ਬਾਹਰ ਜਿਸ ਦੀ ਹੋਵੇ ਉਹ ਬਾਹਰ ਕੱਢ ਲਵੇ। ਗੇਟ ਤੇ ਗਿੱਲਾ ਹੀ ਗਿਆ। ਸੋ ਸਤਿਗੁਰ ਸੱਚੇ ਪਾਤਸ਼ਾਹ ਕੱਤਕ ਦੇ ਇਸ ਮਹੀਨੇ ਵਿੱਚ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਕੱਤਕ ਦਾ ਜਿਹੜਾ ਮਹੀਨਾ ਹੈ ਇਹ ਕਰਮ ਦਾ ਮਹੀਨਾ ਹੈ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਕੱਤਕ ਕਰਮ ਕਮਾਵਨੇ ਦੋਸ਼ ਨਾ ਕਾਹੂ ਜੋਗ। ਇਸ ਮਹੀਨੇ ਦੇ ਵਿੱਚ ਸਤਿਗੁਰੂ ਜੀ ਨੇ ਮਨੁੱਖ ਨੂੰ ਇਹ ਸਮਝਾਉਣ ਦਾ ਯਤਨ ਕੀਤਾ ਕਿ ਇਹ ਜਿਹੜਾ ਮਹੀਨਾ ਹੈ ਕੱਤਕ ਦਾ, ਇਹ ਕਰਮ ਦੇ ਵੱਲ ਤੇਰਾ ਧਿਆਨ ਹੋਣਾ ਚਾਹੀਦਾ ਹੈ। ਸੰਤ ਮਸਕੀਨ ਸਿੰਘ ਦਾ ਜਦੋਂ ਅਸੀਂ ਜੀਵਨ ਪੜ੍ਹਦੇ ਹਾਂ, ਉਹਨਾਂ ਨੇ 12 ਮਾਹ ਦੀ ਜਦੋਂ ਇਹ ਵਿਆਖਿਆ ਕੀਤੀ ਤੇ ਬੜੇ ਕੀਮਤੀ ਗੱਲਾਂ ਉਹਨਾਂ ਨੇ ਸਾਂਝੀਆਂ ਕੀਤੀਆਂ। ਉਹ ਕਹਿੰਦੇ ਨੇ ਕਿ ਜਿਤਨੇ ਵੀ ਧਰਮ, ਬਹੁਤ ਸਾਰੇ ਧਰਮ ਹੋਏ, ਉਹਨਾਂ ਧਰਮਾਂ ਦੇ ਜੋ ਆਗੂਕਾਰ ਸਨ ਉਹਨਾਂ ਨੇ ਕਰਮ ਨੂੰ ਭਗਵਾਨ ਆਖਿਆ। ਜਿਹੜੇ ਕਰਮ ਜੀਵਨ ਦੇ ਵਿੱਚ ਸਨ ਉਹਨਾਂ ਕਰਮਾਂ ਨੂੰ ਹੀ ਉਹਨਾਂ ਨੇ ਰੱਬ ਕਰਕੇ ਮੰਨਿਆ ਕਿ ਕਰਮ ਹੀ ਮਨੁੱਖ ਦੇ ਜੀਵਨ ਦੇ ਵਿੱਚ ਇੱਕ ਭਗਵਾਨ ਤੱਕ ਲੈ ਕੇ ਜਾਂਦੇ ਹਨ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜੋ ਸਾਨੂੰ ਵਿਚਾਰਧਾਰਾ ਬਖਸ਼ਿਸ਼ ਕੀਤੀ, ਜੋ ਜਿਸ ਵਿਚਾਰਧਾਰਾ ਦੇ ਉੱਤੇ ਗੁਰੂ ਨਾਨਕ ਬਾਬੇ ਦਾ ਇੱਕ ਸਿਧਾਂਤ ਖੜਾ ਸੀ, ਜਿਸ ਸਿਧਾਂਤ ਦੇ ਉੱਤੇ ਇਹ ਪੰਥ ਖੜਾ ਹੈ, ਉਸ ਦਾ ਵੀ ਮੁੱਖ ਜੋ ਟੀਚਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਉਹ ਕਰਮ ਹੈ। ਗੁਰਬਾਣੀ ਦੇ ਵਿੱਚ ਬੇਅੰਤ ਅਸੀਂ ਪ੍ਰਮਾਣ ਪੜ੍ਹਦੇ ਹਾਂ ਕਿ ਕਰਮ ਹੀ ਮਨੁੱਖ ਦੇ ਜੀਵਨ ਦੇ ਵਿੱਚ ਇਹਦੇ ਸਹਾਇਕ ਹੁੰਦੇ ਨੇ ਤੇ ਕਰਮ ਹੀ ਮਨੁੱਖੀ ਜੀਵਨ ਦੇ ਵਿੱਚ ਇਸ ਨੂੰ ਰੱਬ ਦੇ ਨੇੜੇ ਤੇ ਦੂਰ ਲੈ ਕੇ ਜਾਂਦੇ ਨੇ। ਸਤਿਗੁਰੂ ਜੀ ਕਹਿਣ ਲੱਗੇ ਇਹ ਮਹੀਨੇ ਦੀ ਆਰੰਭਤਾ ਹੋਣ ਜਾ ਰਹੀ ਹੈ ਤੇ ਕੱਤਕ ਦੇ ਇਸ ਮਹੀਨੇ ਦੇ ਵਿੱਚ ਕੱਤਕ ਕਰਮ ਕਮਾਵਨੇ ਦੋਸ਼ ਨਾ ਕਾਹੂ ਜੋਗ। ਹੁਣ ਇਸ ਪੰਕਤੀ ਨੂੰ ਅਸੀਂ ਸਮਝਣ ਦਾ ਯਤਨ ਕਰਨਾ ਕਿ ਕਰਮ ਕਮਾਉਣ ਵਾਲੇ ਆ ਆਪਣੇ ਜੀਵਨ ਦੇ ਵਿੱਚ ਇੱਕ ਗੱਲ ਦਾ ਧਿਆਨ ਰੱਖੀ ਕਿ ਆਪਣੇ ਕਰਮਾਂ ਦਾ ਫਲ ਤੇਰੇ ਜੀਵਨ ਦੇ ਵਿੱਚ ਜਦੋਂ ਆਵੇਗਾ ਤੇ ਉਸ ਫਲ ਦਾ ਜਾਂ ਕ੍ਰੈਡਿਟ ਜਾਂ ਉਸ ਫਲ ਦਾ ਜੋ ਨੁਕਸਾਨ ਹੋਵੇਗਾ ਉਹ ਖੱਟਾ ਹੋਵੇ ਮਿੱਠਾ ਹੋਵੇ, ਉਹਦਾ ਕਿਸੇ ਨੂੰ ਤੂੰ ਦੋਸ਼ ਨਾ ਦੇ। ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਕਿਸੇ ਹੋਰ ਨੂੰ ਆਪਣੇ ਕੀਤੇ ਹੋਏ ਕਰਮ ਦਾ ਦੋਸ਼ ਨਾ ਦੇਈ ਭਲੇ। ਹੁਣ ਆਮ ਤੌਰ ਦੇ ਉੱਤੇ ਮਨੁੱਖ ਦੇ ਜੀਵਨ ਦੇ ਵਿੱਚ ਨਾ ਇੱਕ ਬਹੁਤ ਵੱਡਾ ਇੱਕ ਮਨੁੱਖ ਦਾ ਸੁਭਾਅ ਹੁੰਦਾ ਹੈ ਕਿ ਜਦੋਂ ਕੋਈ ਅਸੀਂ ਕੰਮ ਕਰਦੇ ਹਾਂ, ਕੋਈ ਵੀ ਕੰਮ ਮਨੁੱਖ ਆਪਣੇ ਜੀਵਨ ਦੇ ਵਿੱਚ ਕਰੇ ਤੇ ਜੇ ਤੇ ਉਸ ਕੰਮ ਦੇ ਵਿੱਚ ਉਹਦਾ ਕੋਈ ਸਹਾਇਕ ਹੋਏ, ਕੋਈ ਮਦਦਗਾਰ ਹੋਏ ਤੇ ਉਸਦਾ ਉਹ ਕੰਮ ਨੇਪਰੇ ਚੜ ਜਾਏ, ਉਸਦੇ ਰਿਜ਼ਲਟ ਵਧੀਆ ਆ ਜਾਣ ਤੇ ਬੰਦਾ ਕਹਿੰਦਾ ਜੀ ਮੇਰੀ ਫਲਾਣੇ ਨੇ ਮਦਦ ਕੀਤੀ, ਮੈਨੂੰ ਫਲਾਣੇ ਨੇ ਰਾਹ ਦੱਸਿਆ ਤੇ ਮੈਂ ਉਸ ਰਾਹ ਤੇ ਤੁਰਿਆ, ਮੈਂ ਉਹਦਾ ਸ਼ੁਕਰਗੁਜ਼ਾਰ ਕਰਦਾ। ਤੇ ਕਈ ਵਾਰੀ ਜ਼ਿਆਦਾ ਕੇਸਾਂ ਵਿੱਚ ਕੀ ਹੁੰਦਾ, ਜ਼ਿਆਦਾਤਰ ਮਨੁੱਖੀ ਸੋਚ ਦੇ ਅੰਦਰ ਕੰਮ ਕਰਕੇ ਬੰਦਾ ਜਦੋਂ ਪ੍ਰੋਪਰ ਰਿਜ਼ਲਟ ਉਸ ਨੂੰ ਪ੍ਰਾਪਤ ਨਹੀਂ ਨਾ ਹੁੰਦਾ, ਕੋਈ ਵੀ ਕੰਮ ਕਰੇ ਤੇ ਕੀ ਹੁੰਦਾ, ਮਨੁੱਖ ਫਿਰ ਦੂਜੇ ਨੂੰ ਦੋਸ਼ ਦਿੰਦਾ, ਮੈਂ ਤੇ ਇਹ ਕਰ ਰਿਹਾ ਸੀ ਪਰ ਜੇ ਉਹ ਇਹ ਕੰਮ ਨਾ ਕਰਦਾ, ਵਿੱਚ ਆ ਕੇ ਇਹ ਕੰਮ ਨਾ ਕਰਦਾ ਤੇ ਮੈਨੂੰ ਇਹਦਾ ਇਹ ਪ੍ਰਾਪਤੀ ਹੋਣੀ ਸੀ, ਮੈਨੂੰ ਇਸ ਦੀ ਇਹ ਪ੍ਰਾਪਤੀ ਹੋਣੀ ਸੀ। ਸਤਿਗੁਰੂ ਜੀ ਕਹਿੰਦੇ ਨੇ ਦਰਅਸਲ ਭਰਿਆ
ਦੋਸ਼ ਤੇਰੇ ਕਰਮਾਂ ਦਾ ਸੀ, ਜੋ ਤੂੰ ਕੀਤਾ ਸੀ ਉਹੀਓ ਤੈਨੂੰ ਵੱਢਣਾ ਪਏਗਾ। ਦੋਸ਼ ਤੇਰੇ ਕਰਮਾਂ ਦਾ ਸੀ, ਤੂੰ ਪਰ ਉਸ ਵੱਲ ਧਿਆਨ ਨਹੀਂ ਦਿੱਤਾ ਤੇ ਰਿਜ਼ਲਟ ਕੀ ਜੀਵਨ ਵਿੱਚ ਆਇਆ, ਲੱਭਿਆ ਕੀ ਜੀਵਨ ਦੇ ਵਿੱਚ, ਦੋਸ਼ ਕਰਮਾਂ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਇਸ ਸ਼ਬਦ ਦੇ ਵਿੱਚ ਇਸ ਗੱਲ ਨੂੰ ਸਾਡੇ ਨਾਲ ਸਾਂਝਾ ਕਰਦੇ ਨੇ ਕਿ ਕਰਮ ਹੀ ਮਨੁੱਖਾ ਤੇਰੇ ਜੀਵਨ ਦੇ ਵਿੱਚ ਸ੍ਰੇਸ਼ਟ ਹੋਣੇ ਚਾਹੀਦੇ ਨੇ। ਕਿਉਂਕਿ ਜਦੋਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ 12 ਮਾਹ ਦੀ ਆਰੰਭਤਾ ਦੇ ਵਿੱਚ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਰਮ ਤੋਂ ਹੀ ਗੱਲ ਸ਼ੁਰੂ ਕੀਤੀ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਪ ਬਾਣੀ ਦੇ ਵਿੱਚ ਵੀ ਸਾਡੇ ਨਾਲ ਸਾਂਝ ਪਾਉਂਦੇ ਨੇ, ਆਪੇ ਬੀਜ ਆਪੇ ਹੀ ਖਾਏ। ਜੋ ਬੀਜ ਰਿਹਾ ਭਲਿਆ ਤੈਨੂੰ ਉਹੀ ਵੱਢਣਾ ਪਵੇਗਾ। ਹੁਣ ਬੰਦਾ ਤੇ ਆਮ ਤੌਰ ਦੇ ਉੱਤੇ ਇੱਕ ਕੋਸ਼ਿਸ਼ ਕਰਦਾ ਹੈ, ਖਿੱਚ ਕਰਦਾ ਹੈ ਕਿ ਮੈਂ ਵਿਖ ਬੀਜਾਂ ਤੇ ਮੈਨੂੰ ਅੰਮ੍ਰਿਤ ਲੱਭੇ। ਬੀਜੇ ਵਿਖ ਲੋੜੇ ਅੰਮ੍ਰਿਤ, ਮੰਗੇ ਅੰਮ੍ਰਿਤ। ਅੰਮ੍ਰਿਤ ਦੀ ਭਾਲ ਕਰਨ ਵਾਲਿਆ ਬੀਜਿਆ ਤੂੰ ਭਲਿਆ ਤੂੰ ਵਿਖ ਸੀ, ਮਾੜਾ ਸੀ। ਉਹ ਮਾੜਾ ਬੀਜਣ ਵਾਲਾ ਜਦੋਂ ਚੰਗੀ ਚੀਜ਼, ਮਿੱਠੀ ਚੀਜ਼ ਦੀ ਭਾਲ ਕਿਵੇਂ ਕਰੇਗਾ? ਬਸ ਇਸ ਕਰਮ ਦੀ ਫਿਲਾਸਫੀ ਨੂੰ ਸਤਿਗੁਰੂ ਜੀ ਨੇ ਸਾਨੂੰ ਬਾਣੀ ਦੇ ਵਿੱਚ ਬਾਰ-ਬਾਰ ਸਾਡੇ ਨਾਲ ਸਾਂਝ ਪਵਾਈ ਹੈ। ਬਾਰ-ਬਾਰ ਸਮਝਾਉਣ ਦਾ ਯਤਨ ਕੀਤਾ ਕਿ ਮਨੁੱਖਾ ਤੇਰੇ ਜੀਵਨ ਦੇ ਜੇ ਸ੍ਰੇਸ਼ਟ ਕਰਮ ਹਨ, ਉਹ ਸ੍ਰੇਸ਼ਟ ਕਰਮ ਕੀ ਹੈ ਕਿ ਪ੍ਰਭੂ ਨੂੰ ਯਾਦ ਕਰਨਾ, ਪਰਮਾਤਮਾ ਦੇ ਸਿਮਰਨ ਦੇ ਵਿੱਚ ਆਪਣਾ, ਨਾਮ ਦੇ ਵਿੱਚ, ਬੰਦਗੀ ਦੇ ਵਿੱਚ ਆਪਣਾ ਸਮਾਂ, ਆਪਣਾ ਵਕਤ ਬਤੀਤ ਕਰਨਾ। ਅਸੀਂ ਸਤਿਗੁਰੂ ਜੀ ਦੇ ਇਹਨਾਂ ਬੋਲਾਂ ਦੇ ਨਾਲ ਵੀ ਸਾਂਝ ਪਾਉਂਦੇ ਹਾਂ, ਜਿਹਦੇ 'ਚ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਅੰਦਰ ਇਹ ਗੱਲ ਸਾਡੇ ਨਾਲ ਸਾਂਝੀ ਕੀਤੀ ਕਿ ਪੂਰਬਲੇ ਕਰਮ ਜਿਹੜੇ ਹੁੰਦੇ ਨੇ ਮਨੁੱਖ ਦੇ ਜੀਵਨ ਦੇ ਵਿੱਚ, ਜੋ ਅਸੀਂ ਅੱਜ ਕਰਮ ਕਰ ਰਹੇ ਹਾਂ, ਅਗਲੇ ਹੀ ਪਲ ਦੇ ਵਿੱਚ ਉਹ ਪੂਰਬਲਾ ਕਰਮ ਬਣ ਜਾਂਦਾ। ਥੋੜਾ ਜਿਹਾ ਵਿਸ਼ੇ ਨੂੰ ਸਮਝਣ ਦੀ ਕੋਸ਼ਿਸ਼ ਕਰਿਓ, ਕਿਉਂਕਿ ਕਰਮ ਦਾ ਜਿਹੜਾ ਵਿਸ਼ਾ ਹੈ ਨਾ, ਸਮੁੱਚੀ ਗੁਰਬਾਣੀ ਨੇ ਇਸ ਵਿਸ਼ੇ ਦੇ ਉੱਤੇ ਗੱਲ ਕੀਤੀ ਹੈ। ਮਨੁੱਖ ਦੇ ਕਰਮਾਂ ਨੂੰ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਰ-ਬਾਰ ਸਾਡੇ ਨਾਲ ਸਾਂਝ ਵਿੱਚ ਲਿਆਂਦਾ ਹੈ। ਕਰਮ ਕੀ ਨੇ? ਜੋ ਅਸੀਂ ਨਿੱਤਾ ਪ੍ਰਤੀ ਕਰ ਰਹੇ ਹਾਂ, ਇਹ ਕਰਮ ਹੈ। 3 ਕਿਸਮ ਦੇ ਕਰਮ ਆਪਣੇ ਜੀਵਨ ਦੇ ਵਿੱਚ ਮਨੁੱਖ ਕਰਦਾ ਹੈ। ਇੱਕ ਕਰਮ ਉਹ ਹੁੰਦੇ ਨੇ ਮਨਸਾ ਵਾਚਾ ਕਰਮ ਨਾਲ। ਇੱਕ ਕਰਮ ਉਹ ਨੇ ਜਿਹੜੇ ਅਸੀਂ ਮਨ ਨਾਲ ਕਰਦੇ ਹਾਂ। ਇੱਕ ਕਰਮ ਉਹ ਹੈ ਜਿਹੜਾ ਅਸੀਂ ਜ਼ੁਬਾਨ ਦੇ ਨਾਲ ਜਦੋਂ ਕੰਮ ਗੱਲ ਕਰਦੇ ਹਾਂ, ਇਹ ਵੀ ਇੱਕ ਕਰਮ ਹੈ। ਤੇ ਇੱਕ ਕਰਮ ਉਹ ਹੈ ਜੋ ਅਸੀਂ ਅੰਦਰ ਸੋਚ ਰਹੇ ਹੁੰਦੇ ਹਾਂ, ਉਹ ਵੀ ਇੱਕ ਕਰਮ ਹੈ। ਇਹ ਤਿੰਨਾਂ ਕਰਮਾਂ ਨੂੰ ਸਮਝ ਲਿਓ। ਆਮ ਤੌਰ ਦੇ ਉੱਤੇ ਜਦੋਂ ਮਨੁੱਖ ਜੈਸੀ ਸੰਗਤ ਕਰ ਰਿਹਾ ਹੁੰਦਾ ਨਾ, ਮੈਂ ਅਕਸਰ ਇਹ ਬੇਨਤੀ ਕਰਿਆ ਕਰਦਾ, ਜਿਹੋ ਜਿਹੀ ਮਨੁੱਖ ਦੇ ਜੀਵਨ ਦੇ ਵਿੱਚ ਸੰਗਤ ਹੁੰਦੀ ਹੈ, ਵੈਸਾ ਹੀ ਮਨੁੱਖ ਦਾ ਜਿਹੜਾ ਹੈ ਸੰਸਕਾਰ, ਵੈਸੇ ਹੀ ਉਸਦੇ ਅੰਦਰ ਫੁਰਨੇ, ਵੈਸਾ ਹੀ ਉਸਦਾ ਮਨ ਬਣਦਾ ਹੈ। ਸੰਗਤ ਤੋਂ ਹੀ ਤੇ ਪ੍ਰਭਾਵਿਤ ਹੁੰਦਾ ਹੈ। ਸੱਤ ਦੀ ਜੇ ਸੰਗਤ ਹੋਵੇਗੀ ਤੇ ਜੀਵਨ ਦੇ ਵਿੱਚ ਸੱਤ ਨਜ਼ਰ ਆਵੇਗਾ। ਤੇ ਜਦੋਂ ਸੱਤ ਦੀ ਸੰਗਤ ਕਰਨ ਵਾਲੇ ਦੇ ਅੰਦਰ ਜੋ ਉਹਦਾ ਸੁਭਾਅ ਹੈ, ਜੋ ਉਹਦੇ ਸੰਸਕਾਰ ਹਨ, ਜੋ ਉਸਦਾ ਮਨ ਹੈ, ਉਹ ਸੱਤ ਸਰੂਪ ਬਣ ਜਾਂਦਾ ਹੈ। ਤੇ ਫਿਰ ਉਸੇ ਹੀ ਮਨ ਦੇ ਵਿੱਚ ਕੀ ਹੁੰਦਾ ਹੈ, ਉੱਥੋਂ ਮਨੁੱਖ ਦੇ ਜੀਵਨ ਦੀ ਪ੍ਰਾਲਬਧ ਨਿਕਲਦੀ ਹੈ, ਉੱਥੋਂ ਹੀ ਮਨੁੱਖ ਦੇ ਜੀਵਨ ਦੇ ਕਰਮ ਨਿਕਲਦੇ ਹਨ। ਸਤਿਗੁਰੂ ਜੀ ਨੇ ਬਾਣੀ ਵਿੱਚ ਬਖਸ਼ਿਸ਼ ਕੀਤਾ, ਪੂਰਬਲੇ ਕ੍ਰਿਤ ਕਰਮ ਨਾ ਮਿਟੇ ਰੀ ਘਰ ਗਹਿਨ। ਹੇ ਮੇਰੀ ਜਿੰਦੇ, ਜਿਹੜੇ ਪੂਰਬਲੇ ਕਰਮ ਹੁੰਦੇ ਨੇ ਇਹ ਮਿਟਦੇ ਕਦੇ ਨਹੀਂ। ਜੋ ਅਸੀਂ ਕਰ ਲੈਂਦੇ ਹਾਂ, ਜੋ ਮਨੁੱਖ ਦੇ ਜੀਵਨ ਦੇ ਵਿੱਚ ਕਰਮ ਕਰ ਲੈਂਦਾ, ਉਸ ਦਾ ਰਿਜ਼ਲਟ ਉਸ ਨੂੰ ਭੋਗਣਾ ਹੀ ਪੈਂਦਾ ਹੈ। ਬਹੁਤ ਸਾਰੇ ਸੰਤ ਅਭਿਆਸੀ ਮਹਾਂਪੁਰਖਾਂ ਨੇ ਇਸ ਗੱਲ ਨੂੰ ਇਹ ਗੱਲ ਆਖੀ ਕਿ ਭਾਈ ਤੇਰੇ ਕੀਤੇ ਹੋਏ ਕਰਮਾਂ ਦਾ ਮੈਂ ਕੁਝ ਨਹੀਂ ਕਰ ਸਕਦਾ। ਆਉਣ ਵਾਲੇ ਸਮੇਂ ਦੇ ਵਿੱਚ ਜੋ ਤੂੰ ਕਰਮ ਕਰੇਗਾ, ਮੈਂ ਤੈਨੂੰ ਇੱਕ ਟੈਕਨੀਕ ਦੇ ਸਕਣਾ, ਫਾਰਮੂਲਾ ਦੇ ਸਕਣਾ ਕਿ ਜੇ ਤੂੰ ਚੰਗੇ ਕਰਮ ਕਰੇਗਾ, ਜੀਵਨ ਦੇ ਵਿੱਚ ਬਦਲਾਅ ਜ਼ਰੂਰ ਆਏਗਾ। ਪਰ ਜੋ ਕਰ ਚੁੱਕਿਆ, ਜੋ ਵੇਚ ਚੁੱਕਿਆ, ਉਹ ਵੱਢਣਾ ਤੈਨੂੰ ਪਵੇਗਾ ਹੀ ਪਵੇਗਾ। ਸਤਿਗੁਰੂ ਜੀ ਨੇ ਵੀ ਬਾਣੀ ਦੇ ਵਿੱਚ ਬੇਅੰਤ ਪ੍ਰਮਾਣਾਂ ਦੇ ਨਾਲ ਇਹ ਗੱਲ ਸਾਨੂੰ ਬਾਰ-ਬਾਰ ਸਮਝਾਉਣ ਦਾ ਯਤਨ ਕੀਤਾ ਹੈ। ਮੈਂ ਸ਼ੇਖ ਸਾਦੀ ਦੀ ਇੱਕ ਕਹਾਣੀ ਪੜ੍ਹ ਰਿਹਾ ਸੀ, ਜਿਹਦੇ ਵਿੱਚ ਉਹਨਾਂ ਨੇ ਬੜੇ ਕੀਮਤੀ ਬੋਲ ਲਿਖੇ। ਉਹ ਕਹਿੰਦੇ ਨੇ, ਭਾਈ ਕਰਮ ਮਾੜੇ ਕਰਕੇ ਤੂੰ ਮੇਰੇ ਕੋਲ ਨਾ ਆਈ। ਜੇ ਮਾੜੇ ਕਰਮ ਕਰਕੇ ਤੂੰ ਮੇਰੇ ਕੋਲ ਆ ਕੇ ਇਹ ਗੱਲ ਆਖੇ ਕਿ ਮੇਰੇ ਕਰਮ ਬਖਸ਼ਾ ਦੇ,
ਕਹਿੰਦੇ ਉਹ ਮੇਰੇ ਕੋਲ ਨਹੀਂ ਹੋਣਾ, ਇੱਥੇ ਤੱਕ ਮੇਰੀ ਪਹੁੰਚ ਨਹੀਂ ਹੈ। ਜੇ ਕਰਮ ਜ਼ਿੰਦਗੀ ਦੇ ਵਿੱਚ ਮਾੜੇ ਹੋ ਵੀ ਗਏ ਨੇ ਤੇ ਮਾੜੇ ਕਰਮ ਜਿਹੜੇ ਜ਼ਿੰਦਗੀ ਵਿੱਚ ਤੂੰ ਕਰ ਬੈਠਾ ਤੇ ਭਲਿਆ ਉਸ ਦਾ ਪਛਤਾਤਾਪ ਤੇਰੇ ਕੋਲ ਹੈ, ਤੇ ਫਿਰ ਉਸ ਪਛਤਾਤਾਪ ਤੋਂ ਸਿੱਖ ਲੈ ਕੇ ਜੀਵਨ ਦੇ ਅਗਲੇ ਕਰਮ ਚੰਗੇ ਕਰਨੇ ਸ਼ੁਰੂ ਕਰੀ। ਹੋ ਸਕਦਾ ਰੱਬ ਦੀ ਨਿਗਾਹ ਵਿੱਚ, ਖੁਦਾ ਦੀ ਨਿਗਾਹ ਦੇ ਵਿੱਚ ਤੂੰ ਬਖਸ਼ਿਆ ਜਾਏਗਾ, ਤੇਰੇ ਜੀਵਨ ਦਾ ਪਾਰ ਉਤਾਰਾ ਹੋ ਜਾਏ। ਸ਼ੇਖ ਸਾਹਿਬ ਜੀ ਬੜਾ ਖੂਬਸੂਰਤ ਲਿਖਦੇ ਨੇ ਪਰਸਨ ਦੇ ਵਿੱਚ, ਕਹਿਣ ਲੱਗੇ ਜਾਰ ਰਾਹ ਖੁਦ ਕਰਦਾ ਰਾਹ। ਜੋ ਤੂੰ ਕਰ ਰਿਹਾ ਨਾ ਭਲਿਆ ਉਹ ਤੇਰੇ ਅੱਗੇ ਆਏਗਾ ਹੀ ਆਏਗਾ, ਉਹ ਤੇਰੇ ਸਾਹਮਣੇ ਆਣਾ ਹੀ ਆਣਾ ਹੈ ਜੀਵਨ ਦੇ ਵਿੱਚ। ਇਲਾਜ ਨਹੀਂ ਇਸ ਤਰ੍ਹਾਂ, ਉਹਦਾ ਮੇਰੇ ਕੋਲ ਕੋਈ ਇਲਾਜ ਨਹੀਂ ਹੈ। ਜੋ ਤੂੰ ਕੀਤਾ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨਾ। ਗੁਰਬਾਣੀ ਇਹ ਗੱਲ ਕਹਿੰਦੀ ਹੈ। ਸ਼ੇਖ ਸਾਹਿਬ ਜੀ ਕਹਿੰਦੇ ਨੇ ਜੋ ਤੂੰ ਕਰਮ ਕੀਤੇ ਨੇ ਜੀਵਨ ਦੇ ਵਿੱਚ ਉਹ ਤੈਨੂੰ ਆਪਣੇ ਜੀਵਨ ਦੇ ਵਿੱਚ ਭੁਗਤਣੇ ਪੈਣਗੇ, ਉਹਦਾ ਰਿਜ਼ਲਟ ਤੈਨੂੰ ਭੁਗਤਣਾ ਪਵੇਗਾ। ਤੇ ਜੇ ਰੱਬ ਨਾਲ ਜੁੜ ਜਾਏਗਾ, ਪ੍ਰਭੂ ਦੀ ਰਜ਼ਾ ਨਾਲ ਜੁੜੇਗਾ, ਕਿ ਹੋ ਸਕਦਾ ਰੱਬ ਪਰਮਾਤਮਾ ਪਰਮੇਸ਼ਵਰ ਉਹਦੇ ਵਿੱਚ ਮਦਦਗਾਰ ਹੋਏ ਕਿ ਤੈਨੂੰ ਤੇਰੇ ਕਰਮਾਂ ਦੀ ਇਸ ਸਜ਼ਾ ਤੋਂ ਬਚਾ ਸਕਦਾ ਹੈ। ਕਿਉਂਕਿ ਸ਼ੇਖ ਸਾਹਿਬ ਜੀ ਦੀ ਇੱਕ ਮੈਂ ਗਾਥਾ ਸਾਂਝੀ ਕੀਤੀ ਸੀ, ਪੜ੍ਹੀ ਸੀ ਕਿਤੇ, ਉਹਦੇ ਵਿੱਚ ਵੀ ਉਹਨਾਂ ਨੇ ਬੜਾ ਖੂਬਸੂਰਤ ਆਖਿਆ ਕਿ ਹੇ ਖੁਦਾ, ਜੇ ਤੂੰ ਮੈਨੂੰ 100 ਸਾਲ ਦੀ ਉਮਰ ਵੀ ਦੇਵੇ, 50, 60, 70, 80, 100 ਸਾਲ ਦੀ ਉਮਰ ਦੇਵੇ, ਤੇ ਮੈਂ ਗੁਨਾਹ ਕਰਾਂਗਾ, ਮੈਂ ਮਾੜੇ ਕਰਮ ਕਰਾਂਗਾ, ਹੋ ਸਕਦਾ ਮੈਂ ਕਈ ਗੁਨਾਹ ਕਰ ਦੇਵਾਂ, ਪਰ ਜਿਸ ਦਿਨ ਤੇਰੀ ਬਖਸ਼ਿਸ਼ ਦੀ ਵਾਰੀ ਆਵੇਗੀ, ਜਿਸ ਦਿਨ ਮੇਰੇ ਕਰਮਾਂ ਦੀ ਹਿਸਾਬ ਦੀ ਵਾਰੀ ਆਵੇਗੀ, ਇੱਕ ਪਲੜੇ ਦੇ ਵਿੱਚ ਮੇਰੇ ਸਾਰੇ ਕਰਮ ਰੱਖੇ, ਤੇ ਹੇ ਰੱਬ ਸੱਚੇ ਪਾਤਸ਼ਾਹ, ਜੇ ਮੈਂ ਤੈਨੂੰ ਆਪਣਾ ਆਪ ਹੀ ਖੁਦਾ, ਜੇ ਮੈਂ ਤੈਨੂੰ ਆਪਣਾ ਆਪ ਸਮਰਪਿਤ ਕਰ ਦਿੱਤਾ, ਤੇ ਦੂਜੇ ਪਲੜੇ ਦੇ ਵਿੱਚ ਉਸ ਸਮਰਪਿਤ ਭਾਵਨਾ ਤੋਂ ਜੇ ਤੇਰਾ ਇੱਕ ਖਿੰਨ ਦੀ ਵੀ ਰਹਿਮਤ ਮੇਰੇ ਪੱਲੇ ਪੈ ਗਈ, ਤੇ ਮੇਰੇ ਉਹ ਜਿਹੜੇ ਕਰਮ ਨੇ ਉਹ ਸਾਰੇ ਦੇ ਸਾਰੇ ਹੀ ਨਸ਼ਰ ਹੋ ਜਾਣਗੇ। ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ, ਕੱਤਕ ਦਾ ਇਹ ਜਿਹੜਾ ਮਹੀਨਾ ਹੈ ਭਲਿਆ, ਇਸ ਮਹੀਨੇ ਦੇ ਵਿੱਚ ਤੈਨੂੰ ਕਰਮਾਂ ਵੱਲ ਧਿਆਨ ਦੇਣਾ ਹੈ। ਤੂੰ ਆਪਣੇ ਕਰਮਾਂ ਨੂੰ ਹੀ ਤੂੰ ਆਪਣੇ ਜੀਵਨ ਦਾ ਆਧਾਰ ਬਣਾਣਾ, ਕਿਉਂਕਿ ਕਰਮ ਹੀ ਤੇਰੇ ਜੀਵਨ ਦੇ ਵਿੱਚ ਸਭ ਤੋਂ ਵੱਡਾ ਕਾਰਨ ਹਨ ਪਰਮਾਤਮਾ ਪਰਮੇਸ਼ਵਰ ਦੇ ਨਾਲ ਇੱਕ ਮਿਕ ਹੋਣ ਦੇ। ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਕਤਕ ਕਰਮ ਕਮਾਵਨੇ, ਦੋਸ਼ ਨ ਕਾਹੂ ਜੋਗ। ਕੱਤਕ ਦੇ ਮਹੀਨੇ ਵਿੱਚ ਕਹਿੰਦੇ ਇਹੋ ਜਿਹੇ ਕੰਮ ਕਰੀ ਕਿ ਤੇਰੇ ਜੀਵਨ ਦੀ ਪ੍ਰਾਲਬਧ, ਤੇਰੇ ਪੂਰਬਲੇ ਕਰਮ ਚੰਗੇ ਹੋ ਜਾਣ। ਇਹ ਜਦੋਂ ਚੰਗੇ ਹੋ ਜਾਣਗੇ, ਜਦੋਂ ਤੇਰੀ ਕਿਸਮਤ ਚੰਗੀ ਹੋ ਗਈ ਨਾ ਭਲਿਓ, ਅਸੀਂ ਕਿਸਮਤ ਨੂੰ ਰੋਂਦੇ ਹਾਂ ਆਮ ਤੌਰ ਦੇ ਉੱਤੇ, ਪਰ ਗੁਰਬਾਣੀ ਕਹਿੰਦੀ ਹੈ ਭਲਿਆ ਤੇਰੇ ਦੁੱਖ ਤੇ ਸੁੱਖ ਵੀ ਦੁਕ੍ਰਿਤ ਸੁਕ੍ਰਿਤ ਥਾਰੋ ਕਰਮ ਰੀ। ਦੁੱਖ ਤੇ ਸੁੱਖ ਤੇਰੇ ਕਰਮ ਹੀ ਹਨ ਭਾਈ। ਇਹ ਗੁਰਬਾਣੀ ਦੇ ਫਰਮਾਨ ਹਨ, ਕਿਸੇ ਮਨੁੱਖ ਦੇ ਨਹੀਂ, ਕਿ ਜੈਸਾ ਮਨੁੱਖ ਆਪਣੇ ਜੀਵਨ ਦੇ ਵਿੱਚ ਕਰਦਾ ਹੈ ਉਹੀ ਤੇ ਮਨੁੱਖ ਨੂੰ ਜੀਵਨ ਦੇ ਵਿੱਚ ਵੱਢਣ ਨੂੰ ਮਿਲਦਾ ਹੈ, ਉਹੀ ਤੇ ਮਨੁੱਖ ਦੀ ਪ੍ਰਾਲਬਧ ਬਣਦੀ ਹੈ, ਉਹੀ ਤੇ ਕਿਸਮਤ ਬਣਦੀ ਹੈ। ਸਤਿਗੁਰੂ ਜੀ ਕਹਿਣ ਲੱਗੇ ਦੋਸ਼, ਤੇ ਜੇ ਜੀਵਨ ਦੇ ਵਿੱਚ ਮਾੜਾ ਦੁੱਖ ਆ ਰਹੇ ਨੇ, ਮਾੜਾ ਕੁਝ ਆ ਰਿਹਾ ਹੈ, ਤੇ ਗੁਰਬਾਣੀ ਦਾ ਸਤਿਗੁਰੂ ਜੀ ਦਾ ਫੈਸਲਾ ਹੈ, ਦੋਸ਼ ਨਾ ਕਾਹੂ ਜੋ। ਕਿਸੇ ਹੋਰ ਨੂੰ ਦੋਸ਼ ਨਾ ਦੇਈ ਭਲਿਆ, ਕਿਸੇ ਹੋਰ ਨੂੰ ਮਾੜਾ ਨਾ ਇਹਦਾ ਦੋਸ਼ੀ। ਕਈ ਵਾਰ ਪਤਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਬੰਦਾ ਜ਼ਿੰਦਗੀ ਦੇ ਵਿੱਚ ਰਿਜ਼ਲਟ ਚੰਗੇ ਨਹੀਂ ਲੈ ਪਾਉਂਦਾ ਤੇ ਦੋਸ਼ ਕਿਸੇ ਹੋਰ ਨੂੰ ਦਿੰਦਾ। ਸਤਿਗੁਰੂ ਜੀ ਨੇ ਮਨਾ ਕੀਤਾ, ਬਾਰ-ਬਾਰ ਇਹ ਗੱਲ ਸਾਡੇ ਨਾਲ ਸਾਂਝੀ ਕੀਤੀ ਹੈ, ਦੱਦੇ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨਾ। ਕਿਸੇ ਹੋਰ ਨੂੰ ਦੋਸ਼ ਨਾ ਦੇਈ ਭਲਿਆ, ਜੋ ਮੈਂ ਕਰ ਰਿਹਾ ਉਹਦਾ ਰਿਜ਼ਲਟ ਵੀ ਮੈਨੂੰ ਹੀ ਪ੍ਰਾਪਤ ਹੋਣਾ। ਤੇ ਕਰਮ ਦੀ ਇਸ ਫਿਲਾਸਫੀ ਨੂੰ ਸਾਡੇ ਨਾਲ ਸਾਂਝਾ ਕਰਕੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਗਲੀ ਗੱਲ ਸਾਡੇ ਨਾਲ ਕਰਦੇ ਨੇ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਬੰਦੇ ਦਾ ਸਰਮੋਰ ਕਰਮ ਹੈ ਰੱਬ ਨੂੰ ਯਾਦ ਕਰਨਾ। ਜ਼ਿੰਦਗੀ ਨਾਮੇ ਦੇ ਅੰਦਰ ਭਾਈ ਨੰਦ ਲਾਲ ਸਿੰਘ ਜੀ ਬੜੇ ਕੀਮਤੀ ਬਚਨ ਸਾਡੇ ਨਾਲ ਸਾਂਝੇ ਕਰਦੇ ਨੇ। ਉਹ ਕਹਿੰਦੇ ਨੇ ਭਲਿਆ ਜ਼ਿੰਦਗੀ ਦੇ ਵਿੱਚ ਗਮ ਕੀ ਹੈ। ਜ਼ਿੰਦਗੀ ਨਾਮਾ ਅਸੀਂ ਭਾਈ ਨੰਦ ਲਾਲ ਜੀ ਦੇ ਰਚਨਾਵਾਂ ਪੜ੍ਹਦੇ ਹਾਂ, ਉਹਦੇ ਵਿੱਚ ਜ਼ਿੰਦਗੀ ਨਾਮਾ ਸਿਰਲੇਖ ਦੀਆਂ ਰਚਨਾਵਾਂ ਆਉਂਦੀਆਂ ਨੇ।
ਉਹਦੇ 'ਚ ਸਵਾਲ ਕਰਦੇ ਨੇ ਭਾਈ ਨੰਦ ਲਾਲ ਸਿੰਘ ਜੀ, ਬੰਦੇ ਦੇ ਅੱਗੇ ਰੱਖਦੇ ਨੇ, ਕਹਿੰਦੇ ਨੇ ਕਿ ਗਮ ਕੀ ਹੈ, ਗਮ ਚਿਰਵਾਸ਼ਤ, ਕਿ ਗਮ ਕੀ ਚੀਜ਼ ਹੈ, ਤੇ ਨਾਲ ਜਵਾਬ ਦਿੰਦੇ ਨੇ ਬੜਾ ਖੂਬਸੂਰਤ, ਗਫਲਤ ਅੱਜ ਯਾਦ ਹੁੰਦਾ। ਰੱਬ ਦੀ, ਪ੍ਰਮਾਤਮਾ ਦੀ, ਪਰਮੇਸ਼ਵਰ ਦੀ ਬੰਦਗੀ, ਉਸ ਦੀ ਯਾਦ, ਉਸ ਤੋਂ ਸਿਮਰਨ ਨੂੰ ਛੱਡ ਦੇਣਾ, ਕਹਿੰਦੇ ਕਿ ਸਭ ਤੋਂ ਵੱਡਾ ਕੰਮ ਹੈ। ਸਭ ਤੋਂ ਵੱਡਾ ਅੱਜ ਮਨੁੱਖ ਦੇ ਜੀਵਨ ਦੇ ਵਿੱਚ ਜੇ ਕੋਈ ਗਮ ਹੈ, ਜੇ ਕੋਈ ਦੁੱਖ ਹੈ, ਜੇ ਕੋਈ ਖੁਸ਼ੀ ਦਾ ਆਕਾਰਨ ਹੈ, ਤੇ ਭਾਈ ਨੰਦ ਲਾਲ ਸਿੰਘ ਜੀ ਕਹਿਣ ਲੱਗੇ, ਇਹ ਭਾਈ ਨੰਦ ਲਾਲ ਸਿੰਘ ਉਹ ਹਨ ਜਿਹੜੇ ਕਦੇ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਲ, ਉਹਨਾਂ ਦੇ ਕੋਲ ਕੁਝ ਸਮਾਂ ਉਹਨਾਂ ਨੇ ਬਤੀਤ ਕੀਤਾ ਸੀ, ਕਿਉਂਕਿ ਅਰਬੀ ਦੇ ਬੜੀਆਂ ਸਾਰੀਆਂ ਜ਼ੁਬਾਨਾਂ ਦੇ ਇਹ ਆਲਮ ਫਾਜ਼ਲ ਸਨ, ਗਿਆਨਵਾਨ ਸਨ। ਤੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਜਿਸ ਦਿਨ ਔਰੰਗਜ਼ੇਬ ਦੀ ਉਸ ਦਰਬਾਰ ਦੇ ਅੰਦਰ, ਭਰੇ ਦਰਬਾਰ ਦੇ ਅੰਦਰ, ਕੁਰਾਨ ਦੀਆਂ ਆਇਤਾਂ ਦੇ ਅਰਥ ਸਮਝ ਨਹੀਂ ਆ ਰਹੇ ਸਨ, ਤੇ ਉਸ ਦਿਨ ਸ਼ਹਿਜ਼ਾਦਾ ਮੁਅੱਜ਼ਮ ਨੇ ਦੂਸਰੇ ਦਿਨ ਆ ਕੇ ਇਹ ਗੱਲ ਆਖੀ ਕਿ ਮੈਂ ਆਪਣੇ ਉਸਤਾਦ ਨੂੰ ਪੁੱਛ ਕੇ ਆਵਾਂਗਾ। ਤੇ ਜਦੋਂ ਉਸਤਾਦ ਨੂੰ ਪੁੱਛਣਗੇ, ਪੁੱਛ ਕੇ ਜਦੋਂ ਵਾਪਸ ਆ ਕੇ ਅਰਥ ਕੀਤੇ, ਤੇ ਹਸ਼ ਹਸ਼ ਕਰ ਉੱਠੇ ਸਾਰੇ ਕਾਜੀ, ਜਿਤਨੇ ਵੀ ਉੱਥੇ ਵਿਦਵਾਨ ਬੈਠੇ ਸਨ। ਤੇ ਉਹਨਾਂ ਕਾਜ਼ੀਆਂ ਨੇ ਇਹ ਗੱਲ ਆਖਿਆ, ਸ਼ਹਿਜ਼ਾਦਾ ਮੁਅੱਜ਼ਮ, ਇਹ ਜਿਹੜੇ ਅਰਥ ਤੁਸੀਂ ਕੀਤੇ ਨੇ ਕੁਰਾਨ ਸ਼ਰੀਫ ਦੇ ਆਇਤਾਂ ਦੇ, ਇਹ ਅਰਥ ਤੁਹਾਡੇ ਨਹੀਂ ਲੱਗਦੇ, ਦੱਸੋ ਕਿੱਥੋਂ ਸਿੱਖ ਕੇ ਆਏ ਹੋ? ਤੇ ਸ਼ਹਿਜ਼ਾਦਾ ਮੁਅੱਜ਼ਮ ਕਹਿਣ ਲੱਗੇ, ਇਹ ਮੇਰੇ ਉਸਤਾਦ ਭਾਈ ਨੰਦ ਲਾਲ ਨੇ ਮੈਨੂੰ ਸਿਖਾਏ ਨੇ। ਤੇ ਭਾਈ ਨੰਦ ਲਾਲ ਨੂੰ ਜਦੋਂ ਨਾਂ ਸੁਣਿਆ, ਨੰਦ ਲਾਲ, ਤੇ ਔਰੰਗਜ਼ੇਬ ਕਹਿਣ ਲੱਗਾ, ਨੰਦ ਲਾਲ ਹੋਵੇ ਤੇ ਇਤਨਾ ਆਲਮ ਫਾਜ਼ਲ ਹੋਵੇ, ਉਸ ਨੂੰ ਇਸਲਾਮ ਦੇ ਵਿੱਚ ਲੈ ਕੇ ਆਓ, ਉਸ ਨੂੰ ਤਰ੍ਹਾਂ ਤਰ੍ਹਾਂ ਦੀਆਂ ਸਹੂਲਤਾਂ ਦੇਵੋ, ਉਸ ਨੂੰ ਲਾਲਚ ਦੇਵੋ, ਉਸ ਨੂੰ ਸਭ ਜਿਸ ਤਰ੍ਹਾਂ ਵੀ ਹੁੰਦਾ ਕਿ ਉਸ ਨੂੰ ਇਸਲਾਮ 'ਚ ਲੈ ਕੇ ਆਓ। ਤੇ ਜਦੋਂ ਫਤਵਾ ਜਾਰੀ ਹੋਇਆ ਕਿ ਇਸਲਾਮ 'ਚ ਆ ਜਾਓ, ਸਭ ਕੁਝ ਮਿਲੇਗਾ, ਭਾਈ ਨੰਦ ਲਾਲ ਸਿੰਘ ਕਹਿਣ ਲੱਗੇ, ਇਹ ਮੈਨੂੰ ਗਵਾਰਾ ਨਹੀਂ। ਤੇ ਸ਼ਹਿਜ਼ਾਦਾ ਮੁਅੱਜ਼ਮ ਨੂੰ ਪੁੱਛਿਆ, ਹੁਣ ਕੀ ਕੀਤਾ ਜਾਏ? ਕਹਿਣ ਲੱਗੇ, ਇੱਕੋ ਹੀ ਘਰ ਹੈ ਜੋ ਤੈਨੂੰ ਬਚਾ ਸਕਦਾ, ਉਹ ਹੈ ਗੁਰੂ ਨਾਨਕ ਬਾਬੇ ਦਾ ਘਰ। ਅਨੰਦਪੁਰ ਸਾਹਿਬ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਆਇਆ ਕੋਲ, ਉਸ ਦਰ ਤੇ ਆ ਕੇ ਡਿੱਗਿਆ, ਤੇ ਪਾਤਸ਼ਾਹ ਜੀ ਨੇ ਪੁੱਛਿਆ, ਭਾਈ ਕਿੱਥੋਂ, ਕਿਵੇਂ, ਕੀ, ਸਭ ਪੁੱਛਿਆ ਜਾਨੀ ਜਾਨ ਪਾਤਸ਼ਾਹ ਨੇ। ਤੇ ਕਹਿਣ ਲੱਗੇ, ਮੈਂ ਆਲਮ ਫਾਜ਼ਲ ਹਾਂ, ਪੜ੍ਹਿਆ ਲਿਖਿਆ ਹਾਂ, ਗਿਆਨਵਾਨ ਹਾਂ, ਦੁਨੀਆ ਦੀ ਹਰ ਚੀਜ਼ ਦਾ ਗਿਆਨ ਰੱਖਣਾ। ਤੇ ਭਾਈ ਨੰਦ ਲਾਲ ਸਿੰਘ ਨੂੰ ਕਹਿਣ ਲੱਗੇ, ਜਾਓ ਜੰਗਲਾਂ ਵਿੱਚ ਲੱਕੜਾਂ ਵੱਢੋ ਤੇ ਲੰਗਰਾਂ ਤੇ ਭਾਂਡਿਆਂ ਦੀਆਂ ਸੇਵਾਵਾਂ ਸ਼ੁਰੂ ਕਰ ਦਿਓ, ਕਿਉਂਕਿ ਗੁਰੂ ਅੰਦਰੋਂ ਜੋ ਖੋਟ ਹੁੰਦੀ ਹੈ, ਭਾਵੇਂ ਜੇ ਕਿਸੇ ਚੀਜ਼ ਦਾ ਅਹੰਕਾਰ ਹੋਵੇ, ਉਸ ਨੂੰ ਵੀ ਬਾਹਰ ਕੱਢ ਦਿੰਦਾ ਹੈ। ਤੇ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਉਸ ਵੇਲੇ ਭਾਈ ਨੰਦ ਲਾਲ ਸਿੰਘ ਨੂੰ ਜਦੋਂ ਲੰਗਰਾਂ ਦੀ ਸੇਵਾ ਮਿਲੀ, ਲੱਕੜਾਂ ਦੀ, ਭਾਂਡਿਆਂ ਦੀ, ਤੇ ਇੱਕ ਦਿਨ ਆਪਣੇ ਉਸਤਾਦ ਨੂੰ ਮਿਲਣ ਦੇ ਲਈ ਸ਼ਹਿਜ਼ਾਦਾ ਮੁਅੱਜ਼ਮ ਆਇਆ। ਤੇ ਆ ਕੇ ਭਾਈ ਨੰਦ ਲਾਲ ਸਿੰਘ ਨੂੰ ਜਦੋਂ ਹਾਲ ਪੁੱਛਿਆ, ਆ ਕੇ ਦੇਖਿਆ ਕਿ ਭਾਈ ਨੰਦ ਲਾਲ ਸਿੰਘ ਕੱਪੜੇ ਗੰਦੇ, ਲੰਗਰ ਦੇ ਭਾਂਡੇ ਜੋ ਬਰਤਨ ਸਨ ਉਹਨਾਂ ਨੂੰ ਸਾਫ਼ ਕਰਦੇ। ਤੇ ਆ ਕੇ ਪੁੱਛ ਕੇ ਕਹਿਣ ਲੱਗਾ, ਕਹਿੰਦਾ, ਭਾਈ ਨੰਦ ਲਾਲ ਸਿੰਘ ਜੀ, ਤੁਸੀਂ ਮੇਰੇ ਉਸਤਾਦ ਹੋ, ਪਰ ਤੁਹਾਨੂੰ ਇਸ ਰੂਪ ਵਿੱਚ ਦੇਖ ਕੇ ਮੈਨੂੰ ਬੜਾ ਦੁੱਖ ਹੋ ਰਿਹਾ ਹੈ। ਤੁਹਾਨੂੰ ਸਾਡੇ ਮਹਿਲਾਂ ਦੇ ਵਿੱਚ, ਮੇਰੇ ਪਿਤਾ ਦੇ ਮਹਿਲਾਂ ਦੇ ਵਿੱਚ ਤੁਹਾਨੂੰ ਅੱਛੇ ਅਹੁਦੇ ਮਿਲੇ ਸੀ, ਚੰਗੇ ਘਰ-ਬਾਰ, ਸਭ ਕੁਝ, ਨੌਕਰ ਚਾਕਰ ਮਿਲੇ ਸੀ। ਉਹ ਜ਼ਿੰਦਗੀ ਚੰਗੀ ਸੀ ਕਿ ਇਹ ਜ਼ਿੰਦਗੀ ਚੰਗੀ ਜਿੱਥੇ ਤੁਸੀਂ ਕੰਮ ਕਰ ਰਹੇ ਹੋ, ਇਹ ਲੰਗਰਾਂ ਵਿੱਚ ਭਾਂਡਿਆਂ ਦੀ ਸੇਵਾ ਕਰ ਰਹੇ ਹੋ? ਤੇ ਭਾਈ ਨੰਦ ਲਾਲ ਸਿੰਘ ਕਹਿਣ ਲੱਗੇ, ਉਸ ਘਰ ਦੇ ਵਿੱਚੋਂ ਮੌਤ ਲੱਭੀ ਸੀ, ਇਸ ਘਰ ਦੇ ਵਿੱਚੋਂ ਜ਼ਿੰਦਗੀ ਮਿਲੀ ਹੈ, ਜ਼ਿੰਦਗੀ ਜੀਣ ਦਾ ਤਰੀਕਾ ਲੱਭਾ ਹੈ। ਉਹ ਭਾਈ ਨੰਦ ਲਾਲ ਸਿੰਘ ਜ਼ਿੰਦਗੀ ਨਾਮੇ ਦੇ ਵਿੱਚ ਕਹਿਣ ਲੱਗੇ, ਰੱਬ ਨੂੰ ਭੁੱਲ ਜਾਣਾ ਸਭ ਤੋਂ ਵੱਡਾ ਗਮ, ਰੱਬ ਚੇਤੇ ਆ ਜਾਏ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜੇ ਰੱਬ ਭੁੱਲ ਜਾਏ ਨਾ, ਮਨੁੱਖ ਦੇ ਜੀਵਨ ਦੇ ਵਿੱਚ ਕਈ ਤਰ੍ਹਾਂ ਦੇ ਰੋਗ ਖੜੇ ਹੋ ਜਾਂਦੇ ਨੇ। ਯਾਦ ਰੱਖਿਓ, ਰੱਬ ਭੁੱਲਣਾ ਸਮਝ ਲਓ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਬੇਬਰਕਤੀ ਹੈ। ਰੱਬ ਭੁੱਲ ਜਾਣਾ, ਪਰਮਾਤਮਾ ਪਰਮੇਸ਼ਵਰ ਦਾ ਨਾਮ ਭੁੱਲ ਜਾਣਾ, ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡੀ ਲਾਹਨਤ ਹੈ। ਅਲਾਮਤਾਂ ਗਲੇ ਪੈ ਜਾਂਦੀਆਂ ਨੇ ਜਦੋਂ ਪਰਮਾਤਮਾ ਨੂੰ ਭੁੱਲ ਕੇ ਅਸੀਂ ਕੋਈ ਕਰਮ ਕਰਦੇ ਹਾਂ ਨਾ। ਉਹ ਕਰਮ ਜਿਹੜੇ ਸਾਡੇ ਜੀਵਨ ਦੇ ਹੁੰਦੇ ਨੇ, ਉਹਨਾਂ ਬੇਬਰਕਤੇ ਹੋ ਜਾਂਦੇ ਨੇ।
ਤੁਸੀਂ ਦੇਖੋ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਲੋਕ ਤੁਹਾਨੂੰ ਇਹੋ ਜਿਹੇ ਮਿਲ ਜਾਂਦੇ ਨੇ ਕਿ ਜਿਹੜੇ ਆਮ ਇਹ ਗੱਲ ਕਹਿ ਰਹੇ ਹੁੰਦੇ ਨੇ ਕਿ ਸਭ ਕੁਝ ਦੁਨੀਆ ਦੇ ਵਿੱਚ ਸਾਡੇ ਕੋਲ ਹੈ, ਪੈਸਾ ਧੇਲਾ ਸਭ ਹੈ, ਪਰ ਅੰਦਰ ਇੱਕ ਸਕੂਨ ਨਹੀਂ ਹੈ, ਇੱਕ ਸ਼ਾਂਤੀ ਨਹੀਂ ਹੈ। ਕੀ ਕਾਰਨ ਹੈ? ਅਸਲ ਵਿੱਚ ਰੱਬ ਦੇ ਨਾਲ ਨਾਤਾ ਤੋੜ ਕੇ ਬਹਿ ਗਏ, ਵਿਖ ਪਾ ਕੇ ਬਹਿ ਗਏ। ਉਹ ਵਿਖ ਹੀ ਮਨੁੱਖ ਨੂੰ ਪ੍ਰਭੂ ਪਰਮਾਤਮਾ ਪਰਮੇਸ਼ਵਰ ਤੋਂ ਦੂਰ ਕਰ ਰਹੀ ਹੈ। ਉਹ ਵਿਖ ਜੋੜਦਾ ਹੈ ਤੇਰੇ ਕਰਮ, ਰੱਬ ਪਰਮਾਤਮਾ ਪਰਮੇਸ਼ਵਰ ਦੀ ਰਹਿਮਤ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਰੱਬ ਨੂੰ ਭਲਿਆ ਯਾਦ ਰੱਖੀ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜੇ ਰੱਬ ਭੁੱਲ ਗਿਆ, ਪਰਮਾਤਮਾ ਭੁੱਲ ਗਿਆ, ਗੁਨਾਹ ਦੇ ਨਾਲ ਨਾਤਾ ਟੁੱਟ ਗਿਆ। ਕਿਉਂਕਿ ਰਸ ਰਸ ਚੋਗ ਚੁਗੇ ਨਿਤ ਫਾਸੈ, ਛੂਟਸ ਮੂੜੇ ਕਬਨ ਗੁਨੀ। ਰੱਬ ਭੁੱਲ ਕੇ ਜੇ ਚਿਤ ਚੇਤਸ ਕੀ ਨਹੀਂ ਭਾਵ ਰਿਹਾ, ਹਰ ਬਿਸਰਤ ਤੇਰੇ ਗੁਣ ਗਲਿਆ। ਜੇ ਰੱਬ ਭੁੱਲ ਗਿਆ, ਪਰਮਾਤਮਾ ਭੁੱਲ ਗਿਆ, ਪਰਮੇਸ਼ਵਰ ਭੁੱਲ ਗਿਆ, ਤੇ ਫਿਰ ਉਸ ਨੂੰ ਯਾਦ ਵੀ ਨਹੀਂ ਕੀਤਾ ਮਨ ਵਿੱਚ। ਉਸ ਨੂੰ ਭੁਲਾ ਕੇ ਜਿਹੜੇ ਜ਼ਿੰਦਗੀ ਦੇ ਤੂੰ ਰਸ ਰਸ ਚੋਗ ਚੁਗੇ ਨਿਤ ਫਾਸੈ, ਕਹਿੰਦੇ ਤੂੰ ਉਹਦੇ ਵਿੱਚ ਫਸਦਾ ਜਾਂਦਾ, ਉਹਦੇ ਵਿੱਚ ਤੇਰਾ ਜੀਵਨ ਖਚਤ ਹੁੰਦਾ ਜਾਂਦਾ। ਛੂਟਸ ਮੂੜੇ ਕਬਨ ਗੁਨੀ। ਕਿਹੜੇ ਤਰੀਕੇ ਦੇ ਨਾਲ ਤੂੰ ਉਸ ਜਗ੍ਹਾ, ਉਸ ਜੰਜਾਲ ਦੇ ਵਿੱਚੋਂ ਨਿਕਲੇਗਾ ਭਲਿਆ, ਕਿਉਂਕਿ ਐਸੇ ਜੰਜਾਲ ਦੇ ਵਿੱਚ ਤੂੰ ਫਸ ਜਾਣਾ। ਇਹੀ ਗੱਲ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਅੱਜ ਸਾਨੂੰ ਸਮਝਾਉਣਾ ਕਰ ਰਹੇ ਨੇ ਕਿ ਕਰਮਾਂ ਵੱਲ ਧਿਆਨ ਦੇਈ, ਕਰਮਾਂ ਦੇ ਪ੍ਰਤੀ ਸੁਚੇਤ ਹੋਈ। ਕੋਈ ਵੀ ਕੰਮ ਕਰਨ ਤੋਂ ਪਹਿਲਾਂ 3 ਕਰਮਾਂ ਦਾ ਮੈਂ ਜ਼ਿਕਰ ਕਰ ਰਿਹਾ ਸੀ। ਇੱਕ ਕਰਮ ਉਹ ਜਿਹੜੇ ਅਸੀਂ ਮਨ ਵਿੱਚ ਸੋਚਦੇ ਹਾਂ, ਮਨ ਵਿੱਚ ਕਰਦੇ ਹਾਂ। ਜੇ ਕਿਸੇ ਵਾਸਤੇ ਮਨ ਵਿੱਚ ਮਾੜਾ ਕਰ ਰਹੇ ਹਾਂ, ਸੋਚ ਰਹੇ ਹਾਂ, ਤੇ ਸਮਝ ਲਓ ਇਹ ਵੀ ਇੱਕ ਕਰਮ ਹੈ। ਮਨ ਦੇ ਵਿੱਚ ਸੋਚਣਾ ਵੀ ਇੱਕ, ਜੇ ਕਿਸੇ ਵਾਸਤੇ ਮੇਰੇ ਅੰਦਰ ਮਾੜੀ ਭਾਵਨਾ ਹੈ, ਮੇਰੇ ਮਨ ਵਿੱਚ, ਮੇਰੇ ਵਿਚਾਰ ਮੰਡਲ ਵਿੱਚ, ਤੇ ਉਹ ਵੀ ਇੱਕ ਕਰਮ ਹੈ। ਤੇ ਕਈ ਵਾਰ ਪਤਾ ਕੀ ਹੁੰਦਾ, ਦੂਸਰੇ ਕਰਮ ਹੁੰਦੇ ਨੇ ਵਾਚਕ ਕਰਮ। ਉਹ ਵਚਨਾਂ ਕਰਕੇ ਕਈ ਲੋਕਾਂ ਦੀ ਬੋਲਣੀ ਐਸੀ ਹੁੰਦੀ ਹੈ ਕਿ ਕਿਸੇ ਦਾ ਕਲੇਜਾ ਕੱਢ ਕੇ ਲੈ ਜਾਂਦੀ ਹੈ। ਐਸੇ ਮਾੜੇ, ਐਸੇ ਤੰਗ ਦਿਲ ਬੋਲਦੇ ਨੇ, ਉਹ ਵੀ ਇੱਕ ਕਰਮ ਹੈ। ਤੇ ਜਦੋਂ ਅਸੀਂ ਸੋਚ ਕੇ ਬੋਲ ਕੇ ਉਹਨੂੰ ਰਿਜ਼ਲਟ ਦੇ ਦਿੰਦੇ ਹਾਂ, ਤੇ ਉਸ ਨੂੰ ਕਹਿੰਦੇ ਨੇ ਇਹ ਜਿਹੜੇ ਵਾਚਕ ਕਰਮ, ਜਿਹੜੇ ਕਰਮ ਮਨੁੱਖੀ ਜੀਵਨ ਦੇ ਹਨ, ਰਿਜ਼ਲਟ ਵਾਲੇ ਕਰਮ। ਹੁਣ ਇਹਨਾਂ ਕਰਮਾਂ ਦੀ ਜਿਹੜੇ 3 ਕਿਸਮ ਦੇ ਕਰਮ ਹੁੰਦੇ ਨੇ, ਸਤਿਗੁਰੂ ਜੀ ਕਹਿਣ ਲੱਗੇ ਤੇਰਾ ਸੁਚੇਤਤਾ ਇਹਨਾਂ ਦੇ ਉੱਤੇ ਹੋਣੀ ਚਾਹੀਦੀ ਹੈ। ਇਹਦਾ ਦੋਸ਼ ਕਿਸੇ ਹੋਰ ਨੂੰ ਨਹੀਂ, ਕਿਉਂਕਿ ਰੱਬ ਜੇ ਤੈਨੂੰ ਭੁੱਲ ਗਿਆ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਸਭ ਕੁਝ ਖੜਾ ਹੋ ਜਾਂਦਾ। ਜ਼ਿੰਦਗੀ ਦੇ ਵਿੱਚ ਬੇਬਰਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਸੱਚ ਜਾਣਿਓ ਇਹ ਗੱਲ, ਗੁਰੂ ਨੇ ਜਿਹੜੀਆਂ ਗੱਲਾਂ ਸਾਡੇ ਨਾਲ ਬਾਣੀ ਵਿੱਚ ਉਪਦੇਸ਼ ਰੂਪ ਵਿੱਚ ਰੱਖੀਆਂ ਹੁੰਦੀਆਂ ਨਾ, ਇਹ ਸਾਰੀਆਂ ਦੀਆਂ ਸਾਰੀਆਂ ਗੱਲਾਂ, ਸਾਰੀਆਂ ਦੀਆਂ ਸਾਰੀਆਂ ਵਿਚਾਰਾਂ ਇੱਕ ਪ੍ਰੈਕਟੀਕਲ ਤੌਰ ਦੇ ਉੱਤੇ ਮਨੁੱਖੀ ਜੀਵਨ ਦੇ ਵਿੱਚ ਆਉਂਦੀਆਂ ਹਨ। ਸਤਿਗੁਰੂ ਜੀ ਕਹਿਣ ਲੱਗੇ ਰੱਬ ਚੇਤੇ ਰੱਖੀ ਭਲਿਆ, ਰੱਬ ਨੇ ਤੈਨੂੰ ਭੁੱਲੇ, ਪਰਮੇਸ਼ਰ ਤੇ ਭੁੱਲਿਆ। ਜੇ ਰੱਬ ਭੁੱਲ ਗਿਆ, ਵਿਆਪਨ ਸਭੇ ਰੋਗ, ਜ਼ਿੰਦਗੀ ਦੀ ਹਰ ਅਲਾਮਤ ਤੇਰੇ ਜੀਵਨ ਦੇ ਵਿੱਚ ਆ ਜਾਣੀ ਹੈ। ਕਿਉਂਕਿ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ। ਬੇਮੁਖ ਹੋਏ ਰਾਮ ਤੇ, ਰੱਬ ਨਾਲੋਂ ਨਾਤਾ ਤੋੜ ਲਿਆ, ਮੂੰਹ ਮੋੜ ਲਿਆ। ਬੜਾ ਸੂਖਸ਼ਮ ਵਿਸ਼ਾ ਹੈ ਰੱਬ ਦੇ ਨਾਲ ਨਾਤਾ ਜੋੜਨਾ ਤੇ ਰੱਬ ਦੇ ਨਾਲ ਨਾਤਾ ਤੋੜਨਾ। ਬੰਦਾ ਬਹੁਤ ਵਾਰ ਆਪਣੇ ਮਨ ਵਿੱਚ ਇਹ ਸੋਚ ਰਿਹਾ ਹੁੰਦਾ ਕਿ ਮੈਂ ਤੇ ਭਾਈ ਸਵੇਰੇ ਸ਼ਾਮ ਧਰਮ ਮੰਦਿਰਾਂ 'ਚ ਜਾ ਰਹੇ ਹਾਂ, ਗੁਰਦੁਆਰਿਆਂ 'ਚ ਜਾ ਰਹੇ ਹਾਂ, ਗਿਰਜਾ ਘਰਾਂ 'ਚ ਜਾ ਰਹੇ ਹਾਂ, ਪਤਾ ਨਹੀਂ ਮੇਰਾ ਨਾਤਾ ਬਣਿਆ ਹੋਇਆ ਹੈ। ਜੇ ਭਲਿਆ ਗੁਨਾਹ ਨਾਲ ਨਾਤਾ ਨਹੀਂ ਬਣ ਸਕਿਆ, ਜੋ ਰੱਬ ਪਰਮਾਤਮਾ ਪਰਮੇਸ਼ਵਰ ਨੇ ਤੈਨੂੰ 7 ਦੇ ਗੁਣ ਜੋ ਬਖਸ਼ਿਸ਼ ਕੀਤੇ ਨੇ, 7 ਸੰਤੋਖ, ਦਇਆ, ਧਰਮ, ਧੀਰਜ, ਜੇ ਉਹਦੇ ਨਾਲ ਨਾਤਾ ਨਹੀਂ ਬਣ ਸਕਿਆ ਤੇ ਸਮਝ ਲਈ ਰੱਬ ਨਾਲ ਨਾਤਾ ਵੀ ਤੇਰਾ ਨਹੀਂ ਬਣ ਪਾਇਆ। ਰੱਬ ਦੇ ਗੁਣਾਂ ਦੇ ਨਾਲ ਸਾਂਝ ਹੀ ਨਹੀਂ ਹੋ ਪਾਈ ਜੇ ਜੀਵਨ ਦੇ ਵਿੱਚ ਇਹ ਚੀਜ਼ਾਂ ਨਹੀਂ ਆ ਸਕੀਆਂ। ਸਤਿਗੁਰੂ ਜੀ ਕਹਿਣ ਲੱਗੇ ਬੇਮੁਖ, ਰੱਬ ਤੋਂ ਮੁਖ ਮੋੜ ਲੈਣਾ, ਭਾਵ ਉਹਦੀ ਸਿੱਖਿਆਵਾਂ ਤੋਂ ਦੂਰ ਚਲੇ ਜਾਣਾ, ਭਾਵ ਉਸਦੇ ਦਿੱਤੇ ਹੋਏ ਉਪਦੇਸ਼ ਨੂੰ, ਗੁਰੂ ਦੇ ਦਿੱਤੇ ਹੋਏ ਉਪਦੇਸ਼ ਨੂੰ ਜੀਵਨ ਦੇ ਵਿੱਚ ਨਾ ਕਮਾਉਣਾ, ਬੇਮੁਖ ਹੋ ਜਾਣਾ। ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਉਹ ਜਨਮ ਮਰਨ ਦੇ ਗੇੜ ਵਿੱਚ ਪੈ ਜਾਂਦਾ ਬੰਦਾ। ਹੁਣ ਜਨਮ ਆਵਾਗਮਨ ਦਾ ਜਿਹੜਾ ਵਿਸ਼ਾ ਹੈ ਨਾ, ਗੁਰਬਾਣੀ ਨੇ ਸਾਨੂੰ ਜੋ ਬਖਸ਼ਿਸ਼ ਕੀਤਾ, ਇਹ ਜਨਮ ਮਰਨ ਦਾ ਵਿਸ਼ੇ ਦੇ ਵਿੱਚ ਹੀ ਗੁਰਬਾਣੀ ਸਾਨੂੰ ਇਹ ਸਮਝਾਉਂਦੀ ਹੈ ਕਿ ਬੰਦਾ ਜ਼ਿੰਦਗੀ ਦੇ ਵਿੱਚ, ਦੇਖੋ ਜਿਹੜੀ ਸਰੀਰਕ ਮੌਤ ਹੈ ਨਾ, 3 ਕਿਸਮ ਦੀਆਂ ਮੌਤਾਂ ਸਾਨੂੰ ਗੁਰਬਾਣੀ ਦੇ ਵਿੱਚੋਂ ਲੱਭਦੀਆਂ। ਇੱਕ ਮੌਤ ਉਹ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਜੋ ਆਇਆ ਸੋ ਚੱਲ ਸੀ, ਸਭ ਕੋ ਆਈ ਵਾਰੀ।
दूसरी मौत वो होंदी है कि जदों रब सानू भुल जाता, रब परमात्मा परमेश्वर चेते ना आए, उसले विकारां दे विच खचत हो के जिहड़ी साडी मौत हो जाती है। सतगुरु जी उस मौत नूं उस अध्यात्मक जे अंदर पੱਧਰ ਦੇ ਉੱਤੇ आत्मक मौत कहते हैं। ते एक वो मौत होंदी है शब्द मरो फिर जीवो सद ही तां फिर मरण ना होई। जे शब्द की सिੱਖਿਆ लैके गुरु के शब्द नूं जीवन का आधार बना के मनुख अपने अंदर के विकारां नूं मार लैंदा है, उन्होंने कंट्रोल कर लैंदा है। सतगुरु जी कहते इस शब्द नाल ते फिर गुरु की निगाह विच जीवत कौन है? सो जीविया जिस मन वसिया सोए नानक अवर ना जीवित कोई। जिहड़ा गुरु की निगाह दे विच जीवत वो है जिहड़ा उस रब परमात्मा परमेश्वर की याद विच अपना जीवन बतीत करता है, उहदे गुणां दे नाल साझ पा के उसनूं अपने जीवन का आधार बना के अपना जीवन जींदा। सतगुरु जी कहन लगे बेमुख ना होई बंदिया, बेमुख होए राम ते लगन जन्म वियोग। जे बेमुख हो गया रब नाल नाता तोड़ लिया तू ते की होएगा? जन्म मरण के गेट विच कदे इस संसार दे विच रहिंदियां होया शरीर करके ते एक बार मरना, पर शरीर की मौत तो पहला पता नहीं लखां ते करोड़ां बार मर जाना पड़े। कदे किसी बल देख के किसी की चढ़ती कला वेख के तेरे जीवन दे विच तेरे अंदर मौत हो जाती, किसी का चंगा परिवार देख के तेरे जीवन दे विच तेरी मौत हो जाती, किसी के चंगे बच्चे वेख के तेरे अंदर तेरी मौत हो जाती। सतगुरु जी इस मौत तो सानू बचाना चाहते हैं, पर यह गुरबानी बचाती है सानू। सतगुरु जी कहन लगे बेमुख होए राम ते लगन जन्म विजोग। ते फिर की हुंदा? रब भुल गया, रब के गुणां दे नाल नाता टुटिया, ते फिर जो असीं एकत्र कीता ना रस रस चोग चुगे नित फासे छूटस मूढ़े कवन। सतगुरु जी कहन लगे खिन में कोड़े होए गए जितने माया भोग। जिन्ने भी माया दे भोग हैं वो कोड़े प्रतीत होने शुरू हो जाते हैं, क्योंकि रब भुल गया। याद रखियो जिंदगी दे विच सब कुछ चंगा पाना, चंगा खाना, चंगा लाना, ये मनुख नूं परमात्मा परमेश्वर ने दातां बख्शिश कीतियां ने। पर जे उन्हां दे विचों रब निकल जाए ना, मैं एक उदाहरण पहला भी तुहाडे नाल सांझी कीती सी कि जिंदगी दे विच सब कुछ होए बंदे कोल, कह लो कि इसकी 1 0 2 0 3 0 तुहाडे कोल कोठी कार बंगला जो भी है, तुहाडी प्रॉपर्टी जितनी भी होवे, असी आम तौर पर एक उदाहरण वरतते हाँ। एक हुंदा ना, एक दे अगे असी 1 0 लाइए 10, एक होर लाइए 100 1000 10,000, इस तरह गिनती बढ़ती जाती है क्योंकि पिछे एक लगा है। तो जेकर अगों पिछों एक ला दीए तो 0 असी भावें अद्धा किलोमीटर लंबे लिख दिए, कोई मुल नहीं होता। सब कुछ तेरे कोल होवे, भलिया दुनिया की हर सहूलत तेरे कोल होवे, ते जे रब ही तेनों चेते भुल गया तो फिर तू उस 0 वर्गा है, तू शून्य है, कुछ भी नहीं है। सतगुरु सच्चे पातशाह बख्शिश करते हैं खिन में कोड़े होए गए जितने माया भोग। जिन्ने भी माया के भोग ने जे रब भुल गया ना तो सारे ही कोड़े हो जाते हैं। तो फिर बंदा उस तो बाद अपना जीवन किवें बनाता है? बिच न कोई कर सकै किस थे रोवै रोज। दरअसल कर्म माड़े होंदे ने, रिजल्ट माड़े आते हैं, तो फिर मनुख की करता है? कर्मां का इलाज नहीं करता, इलाज कराने के लिए दूजे पासे जाता है। सिर दर्द होगी हड्डी का इलाज कराने चल पेगा, कह लो शूगर की बीमारी हो बीपी का इलाज कराने तुर पे, नहीं समझ आई भलिया। सतगुरु जी कह रहे भलिया जे कर्म ठीक करेगा जिंदगी के दुख ते सुख अपने आप नवेड़ा हो जाएगा, तो जे कर्मां दे विच खराबी होगी तो फिर की होगा? फिर बंदियां को जाके मत्थे रगड़े, कोई धागे पवाए, कोई तवीज़ कर लवे, कोई इट्टा पत्थर से जाके दीवे जगा लवे, कुछ नहीं होने वाला। जिंदगी विच याद रखी बिच ना कोई कर सके, कर्मां दे विच ते रब दे विच कोई आके कुछ नहीं कर सकता। बिच ना कोई कर सके किस थे रोवे रोज। जिथे मर्जी जाके रो रो के देख लै, जिथे मर्जी मत्थे रगड़ के देख लै, नक रगड़ के देख लै, कुछ नहीं होने वाला भलिया जब तक कर्म नहीं ठीक करेगा। कीता कशू ना हो गई
लिखिया तुर संजोग। हुण कित्या की होना भलिया, संजोग ते अपने तू बना चुके हैं, किस्मत ते तू अपनी बना चुके हैं। ध्यान देना पेगा भलियो, नटशल गल सतगुरु जी ने इत्थे लियांदी कि कर्मां दे प्रति सुचेत हो। कोई भी काम भावें तू बोलण लगा, भावें तू सोचण लगा, भावें तू करन लगा, हर काम दे प्रति तू सुचेत होना चाहिए कि मेरा एक कीता होया कर्म मैनू वड्ढना पैना, जो मैं बीज रहा वो मैनू वड्ढना ही पवेगा। सतगुरु जी बख्शिश करते हैं, कीता कशु ना होवे लिखिया तुर संजोग। तो फिर मेरे पातशाह अगे बख्शिश करते हैं, बड़ भागी मेरा प्रभ मिले, ता उतरे सब वियोग। ਵੱਡਿਆਂ ਭਾਗਾਂ ਦੇ ਨਾਲ ਜੇ ਮੈਨੂੰ ਕਿਤੇ ਗੁਰੂ ਦੇ ਨਾਲ ਮੇਰੀ ਸੁਰਤ ਨਾਲ, ਸ਼ਬਦ ਦੇ ਨਾਲ ਮੇਰੀ ਸੁਰਤ ਮਿਲ ਜਾਏ, ਮੈਨੂੰ ਗੁਰੂ ਦਾ ਸੰਗ ਕਰਨ ਦਾ ਪ੍ਰਾਪਤ ਮਹਿਮਾ ਸਾਧੂ ਸੰਗ ਕੀ। ਜੇ ਇਸ ਮਹਿਮਾ ਮੇਰੇ ਜੀਵਨ ਵਿੱਚ ਆ ਜਾਏ ਨਾ, ਤੇ ਕਹਿੰਦੇ ਨੇ ਇਹ ਭਾਗ ਮੇਰੇ ਵੱਡੇ ਹੋ ਜਾਂਦੇ ਨੇ। ਬੜ ਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਭ ਵਿਯੋਗ। ਇਹ ਜਿਹੜਾ ਵਿਛੋੜੇ ਨਾ, ਇਹ ਜਿਹੜਾ ਵਿਯੋਗ ਹੈ, ਇਹ ਦੂਰ ਹੋ ਸਕਦਾ ਜੇ ਕਿਤੇ ਕਿਸਮਤ ਨਾਲ, ਜੇ ਕਿਤੇ ਪ੍ਰਾਲਬਧ ਨਾਲ, ਜੇ ਪ੍ਰਭੂ ਦੀ ਮਿਹਰ ਨਾਲ ਮੈਨੂੰ ਉਹ ਰੱਬ ਨਾਲ ਮੇਰੇ ਕਿਤੇ ਮਿਲਾਪ ਹੋ ਜਾਏ। ਤੇ ਸਤਿਗੁਰੂ ਜੀ ਫਿਰ ਅੱਗੇ ਬਖਸ਼ਿਸ਼ ਕਰਦੇ ਨੇ, ਨਾਨਕ ਕੋ ਪ੍ਰਭ ਰਾਖ ਲੈ, ਮੇਰੇ ਸਾਹਿਬ ਬੰਦੀ ਮੋਚ। हे ਮਾਲਕ ਸੱਚੇ ਪਾਤਸ਼ਾਹ, ਰੱਖ ਲੈ ਮੈਨੂੰ। ਚਾਚ ਦੱਸਦੇ ਨੇ ਗੁਰੂ ਕਿ ਪ੍ਰਭੂ ਕੋਲ ਆ ਕੇ, ਰੱਬ ਕੋਲ ਆ ਕੇ ਉਹਦਾ ਨਾਮ ਮੰਗਿਆ ਕਰ, ਸਿਮਰਨ ਮੰਗਿਆ ਕਰ, ਉਸ ਦੀ ਯਾਦ ਮੰਗਿਆ ਕਰ। ਇਹ ਆਖਿਆ ਕਰਕੇ ਭਾਈ, हे ਮਾਲਕ ਸੱਚੇ ਪਾਤਸ਼ਾਹ, ਤੇਰਾ ਸਿਮਰਨ ਮੇਰੇ ਜੀਵਨ ਦੇ ਵਿੱਚੋਂ ਨਾ ਦੂਰ ਹੋਵੇ। ਚਾਰ ਬੰਦਾ ਪਾਸੇ ਘੱਟ ਹੋ ਜਾਏਗਾ, ਦੂਜੇ ਤੀਜੇ ਪਾਸੇ ਘੱਟ ਚਲਾ ਜਾਏ, ਪਰ हे ਰੱਬ ਜੀ, ਤੁਹਾਡੇ ਨਾਮ ਦੇ ਵਿੱਚ ਕਮੀ ਨਾ ਆਏ। ਬਸ ਇਹ ਜਾਚ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਅੱਜ ਸਾਨੂੰ ਬਖਸ਼ਿਸ਼ ਕਰਵਾ ਰਹੇ ਨੇ। ਨਾਨਕ ਕੋ ਪ੍ਰਭ ਰਾਖ ਲੈ, ਮੇਰੇ ਸਾਹਿਬ ਬੰਦੀ ਮੋਚ। ਬੰਧਨਾਂ ਤੋਂ ਮੁਕਤ ਕਰਨ ਵਾਲਾ ਇਹ ਮਾਲਕ ਸੱਚੇ ਪਾਤਸ਼ਾਹ ਹਨ। ਅਸੀਂ ਬੰਦੀ ਛੋੜ ਦਿਵਸ ਮਨਾਉਂਦੇ ਹਾਂ ਭਲੇ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਨਾਲ ਸੰਬੰਧਿਤ ਇਹ ਦਿਹਾੜਾ ਅਸੀਂ ਆਮ ਤੌਰ ਦੇ ਉੱਤੇ ਸਿੱਖ ਜਗਤ ਵਿੱਚ ਮਨਾਇਆ ਜਾਂਦਾ ਕਿ ਸਤਿਗੁਰੂ ਜੀ ਨੇ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਕੱਢ ਕੇ ਤੇ ਉਹਨਾਂ ਨੂੰ ਮੁਕਤ ਕਰਵਾਇਆ ਸੀ, ਆਜ਼ਾਦੀ ਦਿਵਾਈ ਸੀ। ਭਾਵੇਂ ਅੱਗੇ ਜਾ ਕੇ ਉਹੀ ਉਹ ਪਹਾੜੀ ਰਾਜੇ ਗੁਰੂ ਨਾਨਕ ਦੇ ਘਰ ਤੇ ਫਿਰ ਚੜ੍ਹ ਕੇ ਆਏ ਸਨ, ਪਰ ਸੱਚ ਦੇ ਵਿੱਚ, ਅਸਲ ਦੇ ਵਿੱਚ ਹਰ ਮਨੁੱਖ ਨੂੰ ਗੁਰੂ ਦੀ ਬਾਣੀ ਜਿਹੜੀ ਹੈ ਉਹ ਬੰਧਨਾਂ ਤੋਂ ਮੁਕਤ ਕਰਦੀ ਹੈ, ਆਜ਼ਾਦ ਕਰਦੀ ਹੈ, ਇੱਕ ਚੰਗਾ ਜੀਵਨ ਬਖਸ਼ਿਸ਼ ਕਰਦੀ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਅਖੀਰ ਦੇ ਵਿੱਚ ਬਖਸ਼ਿਸ਼ ਕਰਦੇ ਨੇ, ਕਤਕ ਹੋਵੇ ਸਾਧ ਸੰਗ, ਬਿਨ ਸੇ ਸਭੇ ਸੋਚ। ਕਹਿੰਦੇ ਜੇ ਕੱਤਕ ਦਾ ਮਹੀਨਾ ਤੂੰ ਸੰਗਤ ਵਿੱਚ ਆ ਜਾਏਗਾ ਨਾ ਭਲਿਆ, ਸਾਧ ਦੀ ਸੰਗਤ, ਗੁਰੂ ਦੀ ਸੰਗਤ, ਸਤ ਸੰਗੀਆਂ ਦੇ ਪਿਆਰ ਵਿੱਚ ਬੈਠਿਆ, ਤੇ ਅੰਦਰੋਂ ਜਿਹੜੀਆਂ ਮਾੜੀਆਂ ਸੋਚਾਂ ਨੇ ਸਾਰੀਆਂ ਦੂਰ ਹੋ ਜਾਂਦੀਆਂ ਨੇ। ਤੇ ਜਦੋਂ ਸੋਚ ਮਾੜੀ ਦੂਰ ਹੋ ਗਈ, ਜਦੋਂ ਮਨ ਪਵਿੱਤਰ ਹੋ ਗਿਆ, ਅੰਦਰ ਫੁਰਨੇ ਪਵਿੱਤਰ ਹੋ ਗਏ, ਜਦੋਂ ਅੰਦਰ ਦੇ ਸੰਸਕਾਰ ਚੰਗੇ ਬਣ ਗਏ, ਤੇ ਸਤਿਗੁਰੂ ਜੀ ਕਹਿੰਦੇ ਨੇ ਪ੍ਰਾਲਬਧ ਚੰਗੀ ਹੋ ਜਾਣੀ, ਕਿਸਮਤ ਚੰਗੀ ਹੋ ਜਾਣੀ। ਤੇ ਫਿਰ ਇਹੀ ਉੱਤੇ ਭਲਿਆ ਕੱਤਕ ਦਾ ਮਹੀਨਾ ਕਿ ਇਸ ਮਹੀਨੇ ਦੇ ਵਿੱਚ ਕਰਮ ਚੰਗੇ ਕਰ ਲੈ, ਕਰਮਾਂ ਪ੍ਰਤੀ ਸੁਚੇਤ ਹੋ ਜਾ। ਇਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਸਾਨੂੰ ਇਸ ਮਹੀਨੇ ਦਾ ਜੋ ਉਪਦੇਸ਼ ਬਖਸ਼ਿਸ਼ ਕੀਤਾ, ਆਓ ਇਸ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਅਸੀਂ ਕਮਾ ਸਕੀਏ, ਇਸ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਪਹਿਰਾ ਦੇ ਸਕੀਏ, ਤਾਂ ਕਿ ਸਾਡੀ ਵੀ ਕਿਸਮਤ, ਸਾਡੀ ਵੀ ਪ੍ਰਾਲਬਧ ਚੰਗੀ ਹੋ ਜਾਏ, ਅਸੀਂ ਵੀ ਉਸ ਰੱਬ ਪਰਮਾਤਮਾ ਦੇ ਵਿੱਚ ਲੀਨ ਹੋਈਏ। ਇਤਨੀ ਕੁ ਬੇਨਤੀ ਪ੍ਰਵਾਨ ਕਰਨੀ, ਬੇਅੰਤ ਭੁੱਲਾਂ ਦੀ ਖਿਮਾ। ਧੰਨਵਾਦ ਇੱਕ ਬਾਣੀ ਚੈਨਲ ਦਾ, ਜਿਨ੍ਹਾਂ ਨੇ ਇਹ ਪ੍ਰੋਗਰਾਮ ਰਿਕਾਰਡ ਕਰਕੇ ਲਾਈਵ ਵੀ ਚਲਾ ਰਹੇ ਨੇ ਤੇ ਨਾਲ ਦੀ ਨਾਲ ਹੀ ਟੈਲੀਕਾਸਟ ਵੀ ਕੀਤਾ ਜਾਵੇਗਾ। ਸੋ ਇਤਨੀ ਬੇਨਤੀ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।